ਛਕਦੇ ਵੀ ਰਹਿਣਾ ਪ੍ਰਸ਼ਾਦਾ ਤੇ ਗੱਲਾਂ ਵੀ ਥੋੜ੍ਹੀਆਂ ਜਿਹੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਕੁਝ ਇੰਟਰਸਟਿੰਗ ਗੱਲਾਂ ਕਹਿ ਸਕਦੇ ਆਪਾਂ। ਮਗਰ ਬਾਈ ਇਹ ਬਲਜੀਤ ਸਿੰਘ ਸੈਣੀ ਜਿਹੜੇ ਹਾਕੀ ਦੇ ਪਲੇਅਰ ਆ ਉਹਨਾਂ ਦੇ ਸਕੇ ਭਰਾ ਨੇ, ਸੋ ਇਹਨਾਂ ਨੂੰ ਤੁਸੀਂ ਮੈਂ ਕਹਿੰਦਾ ਸਵਾਲ ਕਰੋ ਤੇ ਸਾਂਝੋ ਇੰਟਰਵਿਊ ਹੈ, ਔਨ 에ਅਰ ਵੀ ਚਲਾ ਸਕਦਾ ਹੈ, ਬ੍ਰਾਂਡਿੰਗ ਸਾਡੀ ਹੈ, ਕੋਈ ਗੱਲ ਨਹੀਂ, ਔਨ 에ਅਰ ਤੇ ਵੀ ਦੇਖ ਸਕਦੇ ਹੋ ਤੁਸੀਂ। ਬਹੁਤ ਕਮਾਲ ਦਾ ਦਿਨ ਸੀਗਾ। ਬੰਗਾਲ ਦੇ ਲੋਕ ਜਿਵੇਂ ਮਿਸ਼ਟੀ ਦੋਈ ਖਾਂਦੇ ਤੇ ਆਪ ਵੀ ਮਿੱਠੇ ਬਹੁਤ ਹੈ। ਦੂਜੀ ਇਹ ਹੈ ਕਿ ਇਲੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਚੀਜ਼ਾਂ ਆਬਜ਼ਰਵ ਕਰਨ ਨੂੰ ਮਿਲ ਗਈਆਂ। ਜਿਹੜਾ ਉਹ ਮੋਦੀ ਕੇ ਮਮਤਾ ਖੇਲਾ ਹੋਵੇ, ਉਹ ਖੇਲਾ ਹੋਵੇ ਹੋ ਰਹੀ ਹੈ ਖੇਡ ਇੱਥੇ। ਬੰਗਾਲੀ ਭਰਾ ਵੀ ਸਾਡੇ ਬੈਠੇ ਨੇ, ਉਹ ਬੰਗਾਲ ਦੇ ਇੱਥੋਂ ਦੇ ਹੀ ਨੇ ਤੇ ਦਿੱਲੀ ਕਿਸਾਨ ਮੋਰਚੇ ਤੇ ਜਾ ਕੇ ਆਏ ਨੇ। ਹਾਲਾਂਕਿ ਉਹਨਾਂ ਦੇ ਕਹਿੰਦੇ ਲੱਤ ਦੇ ਵਿੱਚ ਰੋਡ ਵੀ ਪਈ ਹੋਈ ਹੈ। आप बादल साहब की जो वाइफ थी जिनको कैंसर हो गया था, वो उनको लेकर के आए थे या फिर कैसे क्या हुआ? जब बादल साहब का वाइफ का कैंसर हुआ था तब उनको खबर दिए हैं जो चीमा साहब जो चीफ सेक्रेटरी थे। ਸਿੱਖਿਆ ਤੋਂ ਬਿਨਾ ਹੁੰਦੀ ਜ਼ਿੰਦਗੀ ਅਧੂਰੀ, ਦੂਜਿਆਂ ਨਾ ਕਰੋ ਇਨਸਾਫ, ਸਦਾ ਪਰ ਦਗਾ ਆਪਣਿਆਂ ਨਾਲ ਨਾ ਕਮਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਵੀ ਦੇਖੋ ਜੀ, ਹੁਣ ਅਸੀਂ ਇਸ ਤੋਂ ਬਾਅਦ ਸਾਡਾ ਬੰਗਲੌਰ ਦਾ ਪ੍ਰੋਗਰਾਮ ਵੀ ਹੈਗਾ, ਉੱਥੇ ਅਸੀਂ ਰਿਪੋਰਟਿੰਗ ਕਰਨ ਜਾਣਾ ਹੈ, ਪਰ ਅਸੀਂ ਨਾਲ ਮਿਊਜ਼ੀਸ਼ੀਅਨ ਲੈ ਕੇ ਜਾਣੇ ਆ। ਜਿੱਥੇ ਸਾਡਾ ਅਖਾੜਾ ਲਾਉਣਾ ਹੋਇਆ ਬੁੱਕ ਕਰ ਲਓ ਹੁਣੇ। ਉਹ ਟਿਕਟਾਂ ਦੇ ਪੈਸੇ ਤਾਂ ਕੱਢ ਲਈਏ ਘੱਟੋ ਘੱਟ। ਮੋਟੇ ਹੋ ਰਹੇ ਹੋ ਜਾਂ ਸਿਹਤ ਤੁਹਾਡੀ ਭਾਰੀ ਹੋ ਰਹੀ ਹੈ, ਮਿੱਠਾ ਛੱਡ ਦਿਓ। ਇੱਥੇ ਤਾਂ ਮਿੱਠੇ ਬਿਨਾਂ ਜ਼ਿੰਦਗੀ ਨਹੀਂ ਹੈਗੀ, ਫਿਰ ਵੀ ਫਿੱਟ ਨੇ ਲੋਕ। ਉਹ ਜ਼ਮੀਨ ਜਿਹੜੀ ਸੀ ਉਹ ਕਿਉਂਕਿ ਉੱਥੇ ਕੰਸਟਰਕਸ਼ਨ ਬਹੁਤ ਹੋ ਗਈ, ਜ਼ਮੀਨ ਪੱਟ ਕੇ ਥੱਲੇ ਸੀਵਰ ਪੈ ਗਏ, ਉਹ ਪਥਰੀਲੀ ਹੋ ਗਈ ਜ਼ਮੀਨ। ਹੁਣ ਉਹ ਵਾਹੀ ਜੋਗੀ ਨਹੀਂ ਰਹੀ। ਮੈਂ ਅੱਜ ਇਹ ਗੱਲ ਦੇਖੀ ਸੀ, ਮਮਤਾ ਬੈਨਰਜੀ ਜੇ ਕਿਤੇ ਸੁਣ ਲੈਣ ਆਪਣੀ, ਇਹ ਤੁਸੀਂ ਪੰਜਾਬ ਦੇ ਕਿਸੇ ਬੰਦੇ ਨੂੰ, ਵੱਡੇ ਲੈਂਡਲੋਰਡ ਨੂੰ ਜਾਂ ਕਿਸੇ ਪੰਜਾਬੀ ਨੂੰ 20 ਦਿਨ ਵਾਸਤੇ ਉਹ ਜ਼ਮੀਨ ਦੇ ਦਿਓ ਸਿਰਫ। ਮੈਂ ਕੈਮਰੇ ਦੇ ਅੱਗੇ ਹੋਣ ਲੱਗ ਗਿਆ, ਫਿਰ ਪਿੱਛੇ ਵਾਲਾ ਬੰਦਾ ਇੱਕ ਹੋਰ ਲੱਭਣਾ ਪਊਗਾ। ਫਿਰ ਮੈਨੂੰ ਕੈਮਰਾ ਸਿੱਖਣਾ ਪੈਣਾ। सिंगू बॉर्डर जाएंगे, टिगरी बॉर्डर, हम भी चलेंगे। तो हम लोग गए, वहाँ जो देखे माहौल, जो छोटा छोटा बच्चा माँ गोदी में लेके वो जहाँ ट्रैक्टर रहता उसका नीचे में मतलब वो बिचाले बिछा के सोता, वो जब देख के आंखों में पानी आ जाता। ਬੰਗਾਲ ਦੇ ਵਿੱਚ ਸਾਰੀ ਰਾਤ ਤੁਰੇ ਫਿਰੋ ਤੁਸੀਂ, ਲੇਡੀਜ਼ ਤੁਰੀ ਫਿਰੇ। ਸਿਰਫ ਇੱਕ ਹੀ ਇਹ ਸਟੇਟ ਆ ਜਿਹੜੀ ਕਿ ਤੁਹਾਨੂੰ ਕੋਈ ਕਿਸੇ ਡਰ ਨਹੀਂ। ਸਾਰੀ ਰਾਤ ਤੁਰੇ ਫਿਰੋ ਜੀ, ਇੱਥੇ ਲੇਡੀਜ਼ ਵੀ ਤੁਰੀ ਫਿਰੇ, ਕੋਈ ਕਿਸੇ ਨੂੰ ਕੋਈ ਹੱਥ ਨਹੀਂ ਲਾਊਗਾ ਇੱਥੇ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਅਸੀਂ ਕਲਕੱਤਾ ਦੇ ਵਿੱਚ ਹਾਂ ਤੇ ਕਲਕੱਤਾ ਦਾ ਭਵਾਨੀਪੁਰ ਏਰੀਆ ਤੇ ਸਾਰੇ ਬੈਠ ਕੇ ਪ੍ਰਸ਼ਾਦਾ ਛਕ ਰਹੇ ਨੇ। ਇਹ ਅੰਮ੍ਰਿਤ ਹੋਟਲ ਹੈ, ਇਹਨੂੰ ਕਾਲੇ ਦੇ ਢਾਬੇ ਦੇ ਨਾਂ ਨਾਲ ਜਾਣਿਆ ਜਾਂਦਾ। ਸੋ ਢਾਬੇ ਦੀ ਰੋਟੀ ਇੱਥੇ, ਇਹ ਦਾਲ ਜਿਹੜੀ ਦਿੰਦੇ ਆ ਇਹਨੂੰ ਤੜਕਾ ਬੋਲਦੇ ਇੱਥੇ। ਸੋ ਪਹਿਲੇ ਵੀ ਕਾਫੀ ਗੱਲਾਂ ਬਾਤਾਂ ਹੋਈਆਂ, ਇੱਕ ਸੱਥ ਵਾਲਾ ਮਾਹੌਲ ਬਣਿਆ ਹੋਇਆ ਸੀਗਾ ਤੇ ਗੁਰਦੀਪ ਬਾਈ ਜੀ ਨਾਲ ਨੇ ਸਾਡੇ, ਡਾਕਟਰ ਸਾਹਿਬ ਤੇ ਹਾਕੀ ਦੇ ਪਲੇਅਰ ਨੇ ਭਾਜੀ, ਤੇ ਇਹ ਢਾਬੇ ਦੇ ਮਾਲਕ ਨੇ ਸੋ ਪੁਸ਼ਪਿੰਦਰ ਸਿੰਘ ਜੀ, ਤੇ ਇੱਕ ਬੰਗਾਲੀ ਭਰਾ ਵੀ ਸਾਡੇ ਹੈਗੇ ਨੇ। ਆਪਾਂ ਤੇ ਸਾਡਾ ਸਤਨਾਮ ਸਿੰਘ ਵੀ ਆ ਕੈਮਰਾਮੈਨ ਬਾਈ, ਤੇ ਆਪਾਂ ਛਕਦੇ ਵੀ ਰਹਿਣਾ ਪ੍ਰਸ਼ਾਦਾ ਤੇ ਗੱਲਾਂ ਵੀ ਥੋੜ੍ਹੀਆਂ ਜਿਹੀਆਂ ਤੁਹਾਡੇ ਤੱਕ ਪਹੁੰਚਾਉਣੀਆਂ, ਕੁਝ ਇੰਟਰਸਟਿੰਗ ਗੱਲਾਂ ਕਹਿ ਸਕਦੇ ਆਪਾਂ। ਭਵਾਨੀਪੁਰ ਏਰੀਆ ਜੀ। ਹਾਂਜੀ, ਇਹ ਭਵਾਨੀਪੁਰ ਏਰੀਆ ਕਲਕੱਤੇ ਦਾ। ਪੰਜਾਬੀਆਂ ਨੇ ਤੇ ਆਪਾਂ ਗੜ ਵੀ ਕਹਿ ਸਕਦੇ ਹਾਂ ਕਲਕੱਤੇ ਦੇ ਵਿੱਚ। ਜੋ ਪੰਜਾਬੀ ਰਹਿੰਦੇ ਨੇ ਸਾਰੇ ਸਭ ਤੋਂ ਵੱਧ ਉਰੇ ਭਵਾਨੀਪੁਰ ਏਰੀਆ 'ਚ ਹੀ ਰਹਿੰਦੇ ਨੇ। ਅੱਛਾ ਜੀ। ਤੇ ਇਹ ਢਾਬਾ ਕਿਵੇਂ? ਇਹ ਢਾਬਾ ਆਪਣੇ ਪੰਜਾਬੀ ਵੀਰਾਂ ਦਾ ਹੀ ਆ, ਕਾਫੀ ਸਾਲ ਹੋ ਗਏ ਇਹਨੂੰ ਉਰੇ। ਇਹ ਆਪਣਾ ਇਹ
ਛੋਟੇ ਭਾਈ, ਮੇਰਾ ਛੋਟਾ ਭਾਈ ਹੈ ਕਾਲਾ, ਇਹ ਆਪਣਾ ਇਹ ਚਲਾਉਂਦੇ ਨੇ। ਸੋ ਭਾਜੀ ਢਾਬਾ ਕਦੋਂ ਖੋਲ੍ਹਿਆ ਸੀ? भाई जी मैं तो लीज से लिया होया, पहला तो 55 साल तो पुराना और मैं 3-4 साल तो चला रहे हैं, तो बस उवें ही चल रहे हैं। ये 55 साल तो आ पहला उरे मिंजे पिछे हुंदे सी, सदा बहंदे हुंदे सी, बस आई है जी। ਬਿਲਕੁਲ। ਸੋ ਸਿਮਰਨਜੋਤ ਮੱਕੜ ਬਾਈ ਆ ਜਾਓ ਯਾਰ, ਆ ਜਾਓ, ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬੈਠੋ ਤੁਸੀਂ ਬੈਠੋ ਜੀ, ਕੋਈ ਕਿਵੇਂ ਰਿਹਾ ਤੁਹਾਡਾ ਦਿਨ ਅੱਜ ਦਾ? ਬਹੁਤ ਕਮਾਲ ਦਾ ਦਿਨ ਸੀਗਾ। ਬੰਗਾਲ ਦੇ ਲੋਕ ਜਿਵੇਂ ਮਿਸ਼ਟੀ ਦੋਈ ਖਾਂਦੇ ਤੇ ਆਪ ਵੀ ਮਿੱਠੇ ਬਹੁਤ ਹੈ, ਤੇ ਖਾਸ ਤੌਰ ਤੇ ਆ ਜਿਹੜਾ ਇਲਾਕਾ ਜਿੱਥੇ ਆਪਾਂ ਭਵਾਨੀਪੁਰ ਦਾ ਏਰੀਆ, ਇੱਕ ਡਨਲਪ ਦਾ ਤੇ ਇੱਕ ਭਵਾਨੀਪੁਰ ਦਾ, ਇਹ ਸਾਰਾ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਔਰ ਬੜੇ ਸੌਖੇ ਨੇ। ਇਹ ਖੁਸ਼ੀ ਬਹੁਤ ਹੁੰਦੀ ਹੈ ਜਾ ਕੇ ਦੇਖ ਕੇ ਕਿ ਆਪਣੇ ਲੋਕ ਨੇ ਜਿਹੜੇ ਇੱਥੇ ਸਮਰੱਥ ਬਹੁਤ ਨੇ, ਵਾਹਿਗੁਰੂ ਦੀ ਬੜੀ ਕਿਰਪਾ ਇਹਨਾਂ ਤੇ। ਔਰ ਜਿਵੇਂ ਹੁਣ ਤੁਸੀਂ ਭਾਜੀ ਹੋਣਾ ਨਾਲ ਇੱਥੇ ਬੈਠੇ ਹੋ, ਹੋਟਲ ਨੇ, ਟਰਾਂਸਪੋਰਟ ਨੇ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਸੋ ਇੱਕ ਤਾਂ ਇਹ ਤੁਹਾਨੂੰ ਖੁਸ਼ੀ ਹੈ ਕਿ ਜਿਹੜਾ ਵੀ ਕੋਈ ਇੱਥੇ ਆਪਣਾ ਵਸਦਾ ਉਹ ਸੌਖਾ ਹੈ। ਦੂਜੀ ਇਹ ਹੈ ਕਿ ਇਲੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਚੀਜ਼ਾਂ ਆਬਜ਼ਰਵ ਕਰਨ ਨੂੰ ਮਿਲ ਗਈਆਂ। ਜਿਹੜਾ ਉਹ ਮੋਦੀ ਕੇ ਮਮਤਾ ਖੇਲਾ ਹੋਵੇ, ਉਹ ਖੇਲਾ ਹੋਵੇ, ਹੋ ਰਹੀ ਹੈ ਖੇਡ ਇੱਥੇ। ਬਿਲਕੁਲ। ਸਿਮਰਨਜੋਤ ਸਭ ਤੋਂ ਪਹਿਲਾਂ ਇੱਥੇ ਆਉਂਦੇ ਨੇ ਕਲਕੱਤਾ, ਜਿਵੇਂ ਹੀ ਪਤਾ ਲੱਗਦਾ ਹੈ ਵੀ ਇੱਥੇ ਕਿਸਾਨ ਆਗੂ ਪਹੁੰਚ ਰਹੇ ਨੇ। ਆ ਜਾਓ ਸਿਮਰਨ ਬਾਈ, ਆ ਜਾਓ ਆ ਜਾਓ। ਸੋ ਉਸੇ ਤਰ੍ਹਾਂ ਨਾਲ ਆ ਜਾਂਦੇ ਨੇ। ਸੋ ਅੱਜ ਉੱਥੇ ਕਿਵੇਂ ਦਾ ਮਾਹੌਲ ਸੀ? ਮੈਂ ਤੇ ਨਹੀਂ ਉਧਰ ਉਸ ਸਾਈਡ ਗਿਆ। ਦੇਖੋ ਸੰਗੂਰ ਮੈਂ ਜਾ ਕੇ ਆਇਆ, ਉਸ ਟਾਟਾ ਦੇ ਪਲਾਂਟ 'ਚ ਜਿੱਥੇ ਪਲਾਂਟ ਲੱਗਿਆ ਸੀ, ਬਾਅਦ ਢਾਤਾ ਸੀਗਾ, ਕੰਸਟਰਕਸ਼ਨ ਹੋਈ ਸੀ, ਨੈਨੋ ਦਾ ਜਿਹੜਾ ਪਲਾਂਟ ਲੱਗਣਾ ਸੀ। ਮਮਤਾ ਬੈਨਰਜੀ ਦੀ ਸਿਆਸਤ ਦਰਅਸਲ ਉੱਥੋਂ ਸ਼ੁਰੂ ਹੁੰਦੀ ਹੈ। ਭਾਵੇਂ 97 'ਚ TMC ਮਮਤਾ ਬੈਨਰਜੀ ਹੁਣੇ ਬਣਾਉਂਦੇ ਆ, ਪਰ ਮੇਨਲੀ ਜੇ 2006 ਦੀ ਥਲੀ ਬਾਈ ਇਹ ਸ਼ੁਰੂਆਤ ਹੁੰਦੀ ਹੈ। 2006 'ਚ ਜਦੋਂ ਨੈਨੋ ਦਾ ਉੱਥੇ ਪਲਾਂਟ ਲੱਗਣਾ ਸੀ, ਫਿਰ ਉਹ ਲੰਮੀ ਲੜਾਈ ਲੜਦੇ ਆ। ਟਾਟਾ ਨੈਨੋ ਦਾ ਉੱਥੇ ਪਲਾਂਟ ਲੱਗਣਾ ਸੀ ਸੰਗੂਰ ਦੇ ਵਿੱਚ, ਔਰ ਉਹ 1000 ਏਕੜ ਦੇ ਕਰੀਬ ਜ਼ਮੀਨ ਸੀ ਜਿਹੜੀ ਕਿਸਾਨਾਂ ਤੋਂ। ਇੱਥੋਂ ਦਾ ਜਿਹੜਾ ਕਿੱਲਾ ਹੈ ਨਾ, ਉਹ ਵੀ ਆਪਣੇ ਨਾਲੋਂ ਥੋੜ੍ਹਾ ਵੱਡਾ ਹੈ ਰਕਬੇ ਦੇ ਵਿੱਚ, ਤੇ ਉਹ ਜ਼ਮੀਨ ਸਾਰੀ ਐਕਵਾਇਰ ਕਰ ਲਈ। ਉਦੋਂ ਲੈਫਟ ਦੀ ਸਰਕਾਰ ਸੀ ਇੱਥੇ, ਤੇ ਉਹ ਫਿਰ ਬਹੁਤ ਲੰਮੀ ਲੜਾਈ ਲੜੀ। ਮਮਤਾ ਬੈਨਰਜੀ ਭੁੱਖ ਹੜਤਾਲ 'ਤੇ ਬਹਿ ਗਏ, ਫਿਰ ਉੱਥੇ ਜਾ ਕੇ ਝੋਨਾ ਲਾਤਾ ਉਸੇ ਜ਼ਮੀਨ ਦੇ ਵਿੱਚ ਕਿ ਅਸੀਂ ਜ਼ਮੀਨ ਨਹੀਂ ਦੇਣ ਦੇਵਾਂਗੇ। ਪਰ ਉਹਦਾ ਕੀ ਹੋਇਆ ਫਿਰ, ਉਹ ਚਲੋ ਲੰਮੀ ਕਹਾਣੀ ਹੈ, ਉਹ ਸ਼ਾਰਟ 'ਚ ਦੱਸਦਾ ਤੁਹਾਨੂੰ ਕਿ ਉਹ 2016 'ਚ ਫਿਰ, ਕਿਉਂਕਿ 11 'ਚ ਸਰਕਾਰ ਬਣ ਜਾਂਦੀ ਹੈ, ਫਿਰ ਇਹ ਵਿਧਾਨ ਸਭਾ 'ਚ ਬਿੱਲ ਲੈ ਆਉਂਦੇ ਆ ਵੀ ਉਹ ਜ਼ਮੀਨਾਂ, ਜਿਵੇਂ ਬਾਦਲ ਸਾਹਿਬ ਨੇ SYL ਵਾਲੀਆਂ ਮੋੜੀਆਂ ਸੀ, ਇਹਨਾਂ ਨੇ ਉਹ ਜ਼ਮੀਨਾਂ ਮੋੜਤੀਆਂ ਦੂਜੀਆਂ ਤੁਹਾਡੀਆਂ ਜਿਹੜੀਆਂ ਸੰਗੂਰ ਵਾਲੀਆਂ। ਪਰ ਉਹ ਲੋਕਾਂ ਦਾ ਨੁਕਸਾਨ ਉੱਥੇ ਬਹੁਤ ਹੋਇਆ। ਫੈਕਟਰੀ ਆਈ ਨਹੀਂ, ਜਿਹੜੀਆਂ ਜੌਬਸ ਮਿਲਣੀਆਂ ਸੀ ਉਹ ਮਿਲੀਆਂ ਨਹੀਂ। ਉਹ ਜ਼ਮੀਨ ਜਿਹੜੀ ਸੀ ਉਹ, ਕਿਉਂਕਿ ਉੱਥੇ ਕੰਸਟਰਕਸ਼ਨ ਬਹੁਤ ਹੋ ਗਈ, ਜ਼ਮੀਨ ਪੱਟ ਕੇ ਥੱਲੇ ਸੀਵਰ ਪੈ ਗਏ, ਉਹ ਪਥਰੀਲੀ ਹੋ ਗਈ ਜ਼ਮੀਨ। ਹੁਣ ਉਹ ਵਾਹੀ ਜੋਗੀ ਨਹੀਂ ਰਹੀ। ਮੈਂ ਅੱਜ ਇਹ ਗੱਲ ਦੇਖੀ ਸੀ, ਮਮਤਾ ਬੈਨਰਜੀ ਜੇ ਕਿਤੇ ਸੁਣ ਲੈਣ ਆਪਣੀ, ਇਹ ਤੁਸੀਂ ਪੰਜਾਬ ਦੇ ਕਿਸੇ ਬੰਦੇ ਨੂੰ, ਵੱਡੇ ਲੈਂਡਲੋਰਡ ਨੂੰ ਜਾਂ ਕਿਸੇ ਪੰਜਾਬੀ ਨੂੰ 20 ਦਿਨ ਵਾਸਤੇ ਉਹ ਜ਼ਮੀਨ ਦੇ ਦਿਓ ਸਿਰਫ, ਔਰ ਤੁਹਾਡੇ ਤੋਂ ਕੋਈ ਨਹੀਂ, ਕੁਛ ਨਹੀਂ ਲਊਗਾ ਪੰਜਾਬੀ ਬੰਦਾ। ਇੱਥੇ ਪ੍ਰੋਬਲਮ ਕੀ, ਇਕਵਿਪਮੈਂਟ ਹੈ ਨਹੀਂ ਉਹਨਾਂ ਕੋਲੇ। ਕਿਸੇ ਕੋਲੇ 2 ਬਿੱਗੇ ਹੈ, ਕਿਸੇ ਕੋਲੇ 1 ਬਿੱਗਾ ਹੈ। ਇੱਕ ਕੋਈ ਡਾਕਟਰ ਨੇ, ਉਹਨਾਂ ਕੋਲੇ 13 ਕਿੱਲੇ ਹੈ ਬਸ, ਸਭ ਤੋਂ ਜ਼ਿਆਦਾ ਉਹਦੇ ਵਿੱਚੋਂ। ਤਾਂ ਪ੍ਰੋਬਲਮ ਇਹ, ਇਹਨਾਂ ਲੋਕਾਂ ਕੋਲੇ ਸੰਦ ਨਹੀਂ। ਹੁਣ ਮਾੜੀ ਮੋਟੀ ਮੱਕੀ ਲਾਈ ਹੈ ਲੋਕਾਂ ਨੇ, ਉਹ ਜਿਹੜੇ ਬਲਦਾਂ ਨਾਲ ਜਿੰਨੀ ਕੁ ਉਹਨਾਂ ਤੋਂ ਹੋ ਸਕੀ ਉਨੀ ਕੁ ਲਾਤੀ ਉਹ। ਤਾਂ ਉਹ ਬਹੁਤ, ਜਿਵੇਂ ਕਹਿ ਲਓ, ਆਪਣੀ ਪੰਜਾਬ ਤਰ੍ਹਾਂ ਕਲਟੀਵੇਸ਼ਨ ਨਹੀਂ ਹੈ। ਤਾਂ ਨਾ ਕਿਰਾਏ ਹੈ, ਨਾ ਤਵੀਆਂ, ਨਾ ਟਰੈਕਟਰ ਨੇ ਇੱਥੇ। 100 ਟਰੈਕਟਰ ਲਿਆ ਕੇ ਉਸ ਜ਼ਮੀਨ 'ਚ ਵਾੜਿਆ ਹੋਵੇ ਜੀ, ਤੇ ਮੇਰੇ ਹਿਸਾਬ ਨਾਲ 5 ਦਿਨਾਂ ਦੇ ਵਿੱਚ ਉਹ ਜ਼ਮੀਨ ਨੂੰ ਸਹੀ ਕਰਕੇ ਪੰਜਾਬ ਵਾਲੇ ਬੰਦੇ ਜਾਂ ਠੇਕੇ 'ਤੇ ਹੀ ਦੇ ਦੇਣ ਉਹਨਾਂ ਨੂੰ। ਉਹ ਮੈਂ ਕਹਿੰਦਾ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਬੰਦੇ ਉਪਜਾਊ ਕਰ ਸਕਦੇ ਹੋ ਜ਼ਮੀਨ ਨੂੰ। ਉਹ ਬੰਜਰ ਪਈ, ਉਹਦੇ ਬਦਲੇ ਹੁਣ ਦੇ ਕੀ ਰਹੇ ਹੈ 2000 ਰੁਪਈਆ ਪਰ ਮੰਥ ਕਿਸਾਨ ਨੂੰ, ਨਾਲ 16 ਕਿਲੋ ਚਾਵਲ। ਤਾਂ ਉਹਦੇ ਇਰਦ ਗਿਰਦ ਹੁਣ ਸਿਆਸਤ ਘੁੰਮ ਰਹੀ ਹੈ। ਤਾਂ ਸਿਰਫ ਦੀਦੀ ਵੀ ਨਾ ਕਰੀ ਜਾਓ, ਕਿਉਂਕਿ ਸਾਨੂੰ, ਅਸੀਂ ਬਾਇਸਡ ਨਹੀਂ ਹੋ ਸਕਦੇ ਮੀਡੀਆ ਵਾਲੇ। ਜੋ ਨੈਗੇਟਿਵਸ ਨੇ ਉਹਨਾਂ ਦੀ ਵੀ ਚਰਚਾ ਕਰਨੀ ਚਾਹੀਦੀ ਕਿ ਇਹ ਚੀਜ਼ਾਂ ਵੀ ਉਹਨਾਂ ਕਿਸਾਨਾਂ ਦਾ ਹੱਲ ਉਹਦੇ ਇਹ ਨਾ ਹੋਵੇ ਕਿ ਜਿਵੇਂ ਉਹਦੇ SYL ਹੁਣ ਸਾਰੀ ਉਮਰ ਵਾਸਤੇ ਸਿਆਸਤ ਦੀ ਰਹਿ ਗਈ, ਬਣੇ ਭਾਵੇਂ ਨਾ ਬਣੇ। ਜਦੋਂ ਚੋਣਾਂ ਆਉਂਦੀਆਂ ਉਦੋਂ SYL ਆ ਜਾਂਦਾ। ਹੁਣ ਇੱਥੇ ਉਹ ਚੋਣਾਂ ਆਉਂਦੀਆਂ, ਸੰਗੂਰ ਆ ਜਾਂਦਾ ਇੱਥੇ। ਆਹ ਹੈ ਦਿੱਲੀ ਦੇ ਜਦੋਂ ਵੀ ਚੋਣਾਂ ਦੀ ਗੱਲ ਆਉਂਦੀ ਉਦੋਂ ਜ਼ਿਆਦਾ SYL ਹੁੰਦੀ ਹੈ। ਤੇ ਗੁਰਦੀਪ ਜੀ ਸਹੀ ਫਰਮਾਇਆ ਸਿਮਰਨ ਨੇ ਵੀ ਸਾਨੂੰ ਪੰਜਾਬੀ ਕਿਸੇ ਭਰਾ ਨੂੰ ਦੇ ਦੇਣੀ ਚਾਹੀਦੀ ਹੋਵੇ।
ਨਹੀਂ ਬਿਲਕੁਲ ਸਹੀ ਕਿਹਾ। ਜਿਵੇਂ ਵੀਰ ਜੀ ਨੇ ਕਿਹਾ, ਉਰੇ ਜਿਹੜੇ ਕਿਸਾਨ ਨੇ ਉਹ ਇੰਨੇ ਸਮਰਥ ਹੈ ਨਹੀਂਗੇ ਵੀ ਉਹਨਾਂ ਕੋਲੇ ਇੰਨੀਆਂ ਇਕਵਿਪਮੈਂਟਸ ਵਗੈਰਾ ਜਾਂ ਪੰਜਾਬ ਦੇ ਕਿਸਾਨਾਂ ਵਾਂਗੂ ਬੜੇ ਬੜੇ ਤਵੀਆਂ ਹਲ ਹੋਣ। ਤੇ ਠੀਕ ਹੀ ਕਿਹਾ ਇਹਨਾਂ ਨੇ, ਉਰੇ ਛੋਟੇ ਕਿਸਾਨ ਨੇ, ਉਹ 4 ਚੱਕਿਆਂ ਵਾਲੇ ਛੋਟੇ ਜਿਹੇ ਹੱਥ ਨਾਲ ਚਲਾਉਣ ਵਾਲੇ ਟਰੈਕਟਰ ਨੇ ਵਿਚਾਰਿਆਂ ਕੋਲੇ। ਉਹ ਜਿਹੜੀ ਪਥਰੀਲੀ ਜ਼ਮੀਨ ਹੋ ਚੁੱਕੀ ਹੈਗੀ ਉਸ ਨੂੰ ਉਪਜਾਊ ਜ਼ਮੀਨ ਬਣਾਉਣ ਖਾਤਰ ਤੇ ਤਵੀਆਂ ਬੜੇ ਹਲ ਜਿਹੜੇ ਆਪਣੇ ਪੰਜਾਬ ਸਾਈਡ ਤੇ ਜਿਹੜੇ ਹੈਗੇ ਨੇ ਟਰੈਕਟਰ ਉਹੀ ਕਰ ਸਕਦੇ ਨੇ। ਠੀਕ ਹੀ ਕਿਹਾ ਇਹਨਾਂ ਨੇ ਵੀ ਜੇ ਉਹਨਾਂ ਨੂੰ ਕੰਟਰੈਕਟ ਦਿੱਤਾ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਉਹ ਉਪਜਾਊ ਜ਼ਮੀਨ ਇਸ ਨੂੰ ਦੁਬਾਰਾ ਬਣਾ ਸਕਦੇ ਨੇ। ਬਿਲਕੁਲ। ਸੋ ਗੱਲ ਜਿੱਥੇ ਸਿਆਸਤ ਦੀ ਹੋ ਰਹੀ ਉੱਥੇ ਅਸੀਂ ਖਾਣਾ ਕੋਈ ਇੱਕ ਟੌਪਿਕ ਤੇ ਗੱਲ ਨਹੀਂ ਕਰਨੀ। ਜਿਹੜੇ ਜਿਵੇਂ ਗੱਲਾਂ ਹੋਈਆਂ, ਜਿਹੜੇ ਕਿੱਤੇ ਦੇ ਲੋਕ ਬੈਠੇ ਨੇ ਇੱਥੇ ਜਾਂ ਜਿਵੇਂ ਜਿਹਦੇ ਨਾਲ ਨਾਤਾ ਹੈਗਾ ਉਵੇਂ ਦੇ ਲੋਕਾਂ ਨਾਲ ਗੱਲ ਕਰਨੀ। ਇਹ ਡਾਕਟਰ ਸਾਹਿਬ ਬਾਰੇ ਵੀ ਤੁਸੀਂ ਦੱਸਿਆ ਕੁਝ, ਪਹਿਲਾਂ ਤੁਸੀਂ ਦੱਸੋ ਫਿਰ ਆਪਾਂ ਵੀ ਦੱਸਦੇ। ਇਹ ਵੀਰ ਜੀ ਸਾਡੇ ਖਾਸ ਯਾਰ ਦੋਸਤ ਨੇ। ਅਸੀਂ ਬਹੁਤ ਸਾਲਾਂ ਤੋਂ ਇਕੱਠੇ ਰਹਿਣੇ ਆਗੇ। ਆਥਣ ਸਵੇਰ ਅਸੀਂ ਉਰੇ ਮਿਲਦੇ ਰਹਿਣੇ ਆ। ਸਾਡਾ ਇਹ ਇੱਕ ਅੱਡਾ ਇੱਕ ਸੱਥ ਬਣਿਆ ਹੋਇਆ ਵੀ ਆਥਣੇ ਅਸੀਂ ਆ ਕਰਕੇ ਸਾਰੇ 8 ਵਜੇ 7:30 ਵਜੇ ਅਸੀਂ ਉਰੇ ਇਕੱਠੇ ਹੋ ਜਾਂਦੇ ਆ ਤੇ 10 ਵਜੇ ਤੱਕ ਉਰੇ ਰਹਿਣੇ ਆ। 10 ਵਜੇ ਆਪੋ ਆਪਣੇ ਘਰਾਂ ਨੂੰ। ਤੇ ਇਹ ਮੈਡੀਕਲ ਕਾਲਜ ਦੇ ਵਿੱਚ ਜੌਬ ਕਰਦੇ ਨੇ। ਉਹਦੇ ਕਰਕੇ ਜਿਹੜੇ ਮੈਡੀਕਲ ਕਾਲਜ ਦੇ ਵਿੱਚੋਂ ਜਿਹੜੇ ਡਾਕਟਰ ਨਵੇਂ ਨਿਕਲਦੇ ਨੇ ਉਹ ਡਾਕਟਰ ਸਾਰੇ ਪੀਜੀ ਦੇ ਵਿੱਚ, ਜਿਵੇਂ ਆਪਣੇ ਚੰਡੀਗੜ੍ਹ PGI ਆ, ਉਵੇਂ ਜਿਹੜਾ ਉਰੇ ਮੇਨ ਹਸਪੀਟਲ ਆ ਉਹਦੇ ਵਿੱਚ SSK ਹਸਪੀਟਲ ਆ ਜਿਹੜਾ SSKM, ਉਸ ਦੇ ਵਿੱਚ ਜਿੰਨੇ ਵੀ ਰਿਕਰੂਟ ਹੁੰਦੇ ਨੇ ਡਾਕਟਰ ਹੁੰਦੇ ਨੇ ਉਹ ਜ਼ਿਆਦਾਤਰ ਸਾਰਿਆਂ ਨੂੰ ਜਾਣਦੇ ਨੇ ਕਿਉਂਕਿ ਇਹ ਮੈਡੀਕਲ ਕਾਲਜ ਦੇ ਵਿੱਚ ਜੌਬ ਕਰਦੇ ਨੇ ਤੇ ਮੈਡੀਕਲ ਲਾਈਨ 'ਚ ਹੈਗੇ ਨੇ। ਤੇ ਇਹ ਅਸੀਂ ਇੱਕ ਸੋਸ਼ਲ ਵਰਕਰ ਵੀ ਇੱਕ ਤਰ੍ਹਾਂ ਦੇ ਹੈਗੇ ਨੇ। ਤੇ ਜਦੋਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਨੂੰ ਭਰਤੀ ਕਰਾਉਣਾ, ਉੱਤੇ ਲਾਈਨ ਲੱਗਦੀ ਆ ਕਿ 2-2 ਘੰਟੇ ਨੰਬਰ ਨਹੀਂ ਆਉਂਦਾ, ਟਿਕਟ ਬਣਾਓ, ਫਿਰ ਅੰਦਰ ਡਾਕਟਰ ਨੂੰ ਦਿਖਾਉਣ ਲਈ ਲਾਈਨ ਲਗਾਓ। ਤਾਂ ਇਹ ਉਹਨਾਂ ਦੀ ਥੋੜ੍ਹੀ ਇੰਨੀ ਜਾਣ ਪਛਾਣ ਆ ਵੀ ਜਾ ਕੇ ਅੰਦਰ ਡਾਕਟਰ ਨੂੰ ਕਹਿ ਕੇ ਜਾਂ ਫਿਰ ਇਹ ਐਡਵਾਈਸ ਵੀ ਦੇ ਦਿੰਦੇ ਨੇ ਸਾਨੂੰ। ਸਾਡੇ ਜਿੰਨਾ ਗਰੁੱਪ ਹੈਗਾ ਸਾਡਾ ਸਾਰਿਆਂ ਨੂੰ ਇਹ ਬਹੁਤ ਨੇੜਿਓਂ ਜਾਣਦੇ ਨੇ। ਪਰਿਵਾਰਕ ਰਿਸ਼ਤਾ ਹੋਇਆ ਸਾਡਾ ਇਹਨਾਂ ਨਾਲ। ਇਹ ਐਕਚੁਅਲ ਪਿਛੋਕੜ ਇਹ ਆਪਣੇ ਉੜੀਸਾ ਤੋਂ ਨੇ, ਉੜੀਏ ਨੇ ਤੇ ਬਹੁਤ ਹੀ ਚੰਗੇ ਨੇਕ ਇਨਸਾਨ ਨੇ। ਤੇ ਇਹ ਸਾਨੂੰ ਬਹੁਤ ਜ਼ਿਆਦਾ ਇਹ ਸਾਨੂੰ ਮੈਨੇ ਵੀ ਇਹ ਕਰਦੇ ਨੇ, ਸਪੋਰਟ ਕਰਦੇ ਨੇ। ਕੋਈ ਮੈਡੀਕਲ ਦੀ ਸਾਨੂੰ ਕਿਸੇ ਲੋੜ ਹੁੰਦੀ ਆ ਜਾਂ ਕਿਸੇ ਨੂੰ ਕੋਈ ਦਵਾਈ ਲੈਣੀ ਹੁੰਦੀ ਹੈ ਜਾਂ ਕੋਈ ਐਡਵਾਈਸ ਲੈਣਾ ਉਹਨਾਂ ਦਾ ਵੀ ਕਿਹੜੇ ਡਾਕਟਰ ਨੂੰ ਦਿਖਾਈਏ। ਸਾਨੂੰ ਤਾਂ ਹੀ ਨਹੀਂ ਪਤਾ ਹੁੰਦਾ ਵੀ ਜੇ ਮੇਰੇ ਪੇਟ 'ਚ ਦਰਦ ਆ ਤਾਂ ਕਿਹੜੇ ਡਾਕਟਰ ਕੋਲ ਜਾਈਏ, ਜਾਂ ਮੇਰਾ ਸਿਰ ਦੁਖਦਾ ਤਾਂ ਮੈਂ ਕਿਹੜੇ ਡਾਕਟਰ ਨੂੰ ਦਿਖਾਵਾਂ। ਤੇ ਇਹ ਸਾਰੇ ਐਡਵਾਈਸ ਇਹ ਤੋਂ ਆਪਣਾ ਐਜ਼ ਆ ਮੈਨੇ ਫਰੈਂਡ ਹੋਣ ਦੇ ਨਾਤੇ ਅਸੀਂ ਇਹ ਤੋਂ ਲੈਣ ਤੇ ਵਧੀਆ ਐਡਵਾਈਸ ਵੀ ਦਿੰਦਾ ਹੈਗਾ। ਇਹੋ ਜਿਹੀ ਗੱਲ नहीं है। सर आपके बारे में पता चला है कि आप बहुत ही अच्छे इंसान भी हो, तो ऐसा क्यों, मतलब कि आप अच्छे क्यों हो? एक्चुअल में ये लोग ही हमको बनाए हैं, हम कुछ नहीं है। ये लोग का प्यार मोहब्बत। पंजाब में हम जा रहे हैं 1982 से, ठीक है, तो इसीलिए बहुत बड़ा रिश्ता है। पंजाब मेरा सेकेंड होम बोलते हैं। पंजाब में ऐसे कैसे? पंजाब में कैसे? पंजाब में मेरे जैसे हम रंगिया जाते हैं 1982 से, ठीक है, 82 से हम जा रहे हैं। और हरमंदिर साहब हम गए हैं 5-6 बार गए हैं, ठीक है। तो इसीलिए पंजाब से, पंजाब का आदमी से इतना मेरा घर का रिश्ता है। जैसे हम घर जा रहे हैं सेकंड होम, उड़ीसा जैसे फर्स्ट होम है, पंजाब मेरा सेकंड होम है, ऐसा मानते हैं। आपने कुछ देर पहले बात हुई थी, कुछ बोल रहे थे, गुरदीप भाजी ने बताया कि आप बादल साहब की जो वाइफ थी जिनको कैंसर हो गया था, वो उनको लेकर के आए थे या फिर कैसे क्या हुआ? जब बादल साहब का वाइफ का कैंसर हुआ था तब उनको खबर दिए हैं जो चीमा साहब जो चीफ सेक्रेटरी थे, सॉरी प्रिंसिपल सेक्रेटरी थे, तो अजीत सिंह चीमा जी ना करण जी के चीमा के चीमा साहब थे IAS ऑफिसर। तो उन्होंने चार्टर्ड भेजाए थे। तो सुबह हम लोग को ले गए थे डॉक्टर P बैनर्जी, फेमस इन इंडिया, और प्रेसिडेंट साहब का भी डॉक्टर थे, कुछ दिन पहले ही गुजर गए। वो उनका लड़का, हम और एक बंदा, चारों गए थे, सुबह गए थे, उनको इलाज करके फिर शाम को हम लोग आ गए थे। तो इतना खातादारी किए थे। बादल साहब खुद अपने लॉन्च कराए हैं। उनका बाद उनका जो जमाई है प्रताप सिंह हैं, उनका घर में भी गए थे, उनका वाइफ को भी देखे थे, उनका घोड़े का प्रॉब्लम था, देखा बहुत अच्छा लगे हैं, बहुत अच्छा इज्जत की है और VIP भी ट्रीटमेंट दिए हैं, बहुत अच्छा ये किए हैं। उनका स्पेशल जो प्लेन है उस पर चार्टर्ड फ्लाइट में सुबह ले गए थे, शाम को हम लोग को फिर कलकत्ता पहुँचा दिए थे। तो आप बहुत फेमस डॉक्टर हो, जो बड़े बड़े लीडर्स हैं वो आपको
नहीं, ऐसे बात नहीं है, ये तो समाज सेवा है। मैं हम सेवा की दृष्टि से देखते हैं। और जो पूषा भाई है, गुरदीप भाई है, छोटे है, सब अपने प्यार करते हैं। पिंटू भाई है। और भवानीपुर का जो माहौल है एकदम भाईचारा माहौल है, सब मिलके ही हम लोग ये करते हैं। ऐसे बात कोई, ये टीम वर्क है, कोई अपना काम नहीं है, सब मिलके ही ये करते हैं। ਬਿਲਕੁਲ ਜੀ। ਸੋ ਇੱਕ ਹੋਰ ਭਾਜੀ ਬੈਠੇ ਨੇ, ਇਹ ਇੱਕ ਹੋਰ ਬਹੁਤ ਫੇਮਸ ਪਰਸਨੈਲਿਟੀ ਹੋਈ ਹੈ ਮੱਕੜ ਬਾਈ। ਇਹ ਬਲਜੀਤ ਸਿੰਘ ਸੈਣੀ ਜਿਹੜੇ ਹਾਕੀ ਦੇ ਪਲੇਅਰ ਆ, ਉਹਨਾਂ ਦੇ ਸਕੇ ਭਰਾ ਨੇ। ਸੋ ਇਹਨਾਂ ਨੂੰ ਤੁਸੀਂ ਮੈਂ ਕਹਿੰਦਾ ਸਵਾਲ ਕਰੋ ਤੇ ਸਾਂਝੋ ਇੰਟਰਵਿਊ ਹੈ, ਔਨ 에ਅਰ ਵੀ ਚਲਾ ਸਕਦਾ ਹੈ। ਬੇਸ਼ੱਕ ਬ੍ਰਾਂਡਿੰਗ ਸਾਡੀ ਹੈ ਤੇ ਕੋਈ ਗੱਲ ਨਹੀਂ, ਔਨ 에ਅਰ ਤੇ ਵੀ ਦੇਖ ਸਕਦੇ ਹੋ ਤੁਸੀਂ। ਅੱਛਾ, ਤੁਸੀਂ ਉਹਨਾਂ ਦੇ ਬ੍ਰਦਰ ਹੋ ਜੀ? ਹਾਂਜੀ, ਮੈਂ ਛੋਟਾ ਬ੍ਰਦਰ ਹਾਂ ਉਹਨਾਂ ਦਾ। ਫਿਰ ਤੁਸੀਂ ਇੱਥੇ ਕਿੰਨੇ ਕੁ ਸਾਲ ਤੋਂ ਰਹਿੰਦੇ ਹੋ? ਭਾਜੀ ਮੇਰਾ ਜਨਮ ਇੱਥੇ ਦਾ ਹੀ ਹੈਗਾ, ਪੜ੍ਹਾਈ ਲਿਖਾਈ ਸਾਡੀ ਸਾਰੀ ਇੱਥੇ ਖਾਲਸਾ ਸਕੂਲ ਹੀ ਆ, ਲਾਗੇ ਹੀ ਪੈਂਦਾ। ਸਕੇ ਭਰਾ ਹੋ ਤੁਸੀਂ? ਹਾਂਜੀ, ਮੈਂ ਉਹਨਾਂ ਦਾ ਛੋਟਾ ਬ੍ਰਦਰ ਹਾਂ। ਤੇ ਭਾਜੀ ਦਾ ਜਨਮ ਤਾਂ ਮੇਰੇ ਖਿਆਲ ਪੰਜਾਬ ਦਾ ਨਹੀਂ? ਨਹੀਂ, ਉਹਨਾਂ ਦਾ ਵੀ ਇੱਥੇ ਦਾ, ਸਟੱਡੀਜ਼ ਵਗੈਰਾ ਵੀ ਸਾਰੀ ਇੱਥੇ ਦੀ ਹੋਈ ਆ ਸਾਡੀ। ਅੱਛਾ, ਇੱਥੋਂ ਦੇ ਹੀ ਪੜ੍ਹੇ ਨੇ? ਇੱਥੋਂ ਫਿਰ ਸ਼ਿਫਟ ਹੋ ਕੇ 93 ਚ ਗਏ ਸੀਗੇ ਪੰਜਾਬ ਐਂਡ ਸਿੰਧ ਬੈਂਕ ਜੁਆਇਨ ਕੀਤਾ ਸੀਗਾ ਉਹਨਾਂ ਨੇ। ਅੱਛਾ। ਤੇ ਇੱਥੇ ਕਸਟਮ ਦੀ ਸੀਗੇ, ਪਹਿਲਾਂ ਕਸਟਮ ਚ ਸੀਗੇ, ਕਲੈਰੀਕਲ ਚ ਸੀਗੇ। ਤੇ ਗ੍ਰੈਜੂਏਟ ਹੋਣ ਤੋਂ ਬਾਅਦ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਦਿੱਤੀ, ਇਸ ਕਰਕੇ ਫਿਰ ਸਾਡੇ ਵੱਡੇ ਬ੍ਰਦਰ ਹੈਗੇ ਬਲਵਿੰਦਰ ਸਿੰਘ, ਜੋ ਕਿ ਆਰਸੀਐਫ ਚ ਵੱਲੋਂ ਖੇਡਦੇ ਸੀਗੇ, ਰੇਲ ਕੋਚ ਫੈਕਟਰੀ ਵੱਲੋਂ। ਫਿਰ ਉਹਨਾਂ ਨੇ ਪੰਜਾਬ ਸੱਦ ਲਿਆ ਵੀ ਇੱਥੋਂ ਬੰਗਾਲ ਚ ਹਾਕੀ ਦਾ ਫਿਊਚਰ ਕੋਈ ਇੰਨਾ ਜ਼ਿਆਦਾ ਵਧੀਆ ਨਹੀਂ ਹੈਗਾ। ਫਿਰ ਉੱਥੇ ਜਾ ਕੇ 93 ਚ ਗਏ ਨੇ, 94 ਚ ਇੰਡੀਆ ਖੇਡ ਲਈ ਸੀ, ਦੇਖ ਲਓ। 94 ਚ ਇੰਡੀਆ ਖੇਡ ਗਏ ਸੀ? 93 ਬੜਾ ਲੰਮਾ ਸਮਾਂ ਖੇਡੇ ਤੁਸੀਂ? 10 ਸਾਲ ਖੇਡੇ ਭਾਜੀ, 10 ਸਾਲ ਖੇਡੇ। ਅਰਜੁਨ ਅਵਾਰਡ ਉਹਨਾਂ ਨੂੰ ਮਿਲਿਆ ਹੋਇਆ ਤੇ ਡਬਲ ਓਲੰਪੀਅਨ ਨੇ ਉਹ, ਡਬਲ ਓਲੰਪੀਅਨ ਨੇ, ਏਸ਼ੀਅਨ 골ਡ ਮੈਡਲਿਸਟ। ਤੁਸੀਂ ਵੀ ਖੇਡਦੇ ਰਹੇ ਹੋ ਜੀ? ਹਾਂਜੀ, ਛੋਟੇ ਸਕੂਲ ਲੈਵਲ ਤੱਕ ਹੀ ਖੇਡਿਆ, ਫਿਰ ਉਸ ਤੋਂ ਬਾਅਦ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ, ਜਿਹੜੇ ਬੇਸਿਕਸ ਹੈ ਉਹ ਇੱਥੋਂ ਹੀ ਸਿੱਖੇ? ਇੱਥੋਂ ਹੀ ਭਾਜੀ, ਇੱਥੋਂ ਹੀ। ਹਾਂਜੀ, ਸਾਡਾ ਖਾਲਸਾ ਸਕੂਲ ਆ ਲਾਗੇ, ਉੱਥੇ ਗਰਾਊਂਡ ਹੈਗਾ ਜਿਹੜਾ ਇਹ ਭਵਾਨੀਪੁਰ ਵਾਲਾ ਹੀ ਖਾਲਸਾ ਸਕੂਲ, ਜਿੱਥੇ ਕੱਲ ਰਾਜੇਵਾਲ ਸਾਹਿਬ ਤੇ ਉਹ ਸਾਰੇ ਆਪਾਂ ਸੀਗੇ ਉੱਥੇ? ਹਾਂਜੀ ਹਾਂਜੀ। ਅੱਛਾ, ਉੱਥੇ ਫਿਰ ਕੋਚਿੰਗ ਦਿੰਦੇ ਸੀ ਸਪੈਸ਼ਲ? ਉੱਥੇ ਜੇ ਪਹਿਲਾਂ ਤਾਂ ਬਚਪਨ ਤਾਂ ਇੱਥੇ ਹੀ ਖੇਡਦੇ ਸਿੱਖੇ ਨੇ ਸਾਰਾ ਕੁਝ ਹੀ, ਫਿਰ ਕੋਚਿੰਗ ਵਗੈਰਾ ਟਾਈਮ ਸਿਰ ਆਉਂਦੇ ਰਹਿੰਦੇ ਸੀ। ਟਾਈਮ ਤਾਂ ਤੁਹਾਨੂੰ ਪਤਾ ਹੀ ਆ, ਫਿਰ ਕੈਂਪਸ ਵਗੈਰਾ ਜਾਂ ਫਿਰ ਇੰਡੀਆ ਖੇਡਣ ਬਾਹਰ ਜਾਂਦੇ ਰਹਿੰਦੇ ਸੀਗੇ। ਫਿਰ ਬਾਅਦ 'ਚ ਉਹਨਾਂ ਨੇ ਫਿਰ ਕੋਚਿੰਗ ਵੀ ਕਾਫੀ ਸਾਲ ਕੀਤੀ ਆ। ਲਾਸਟ ਈਅਰ ਹੀ ਹੋ ਗਏ, ਅਮਰੀਕਾ ਸ਼ਿਫਟ ਕਰ ਗਿਆ ਹੁਣ। ਅੱਛਾ। ਜੂਨੀਅਰ ਇੰਡੀਆ ਟੀਮ ਮਤਲਬ ਛੱਡ ਕੇ ਗਏ ਆ, ਸਮਝ ਲਓ ਤੁਸੀਂ। ਜੂਨੀਅਰ ਇੰਡੀਆ ਕੁੜੀਆਂ ਦੀ, ਲੜਕੀਆਂ ਦੀ ਟੀਮ ਉਹੀ ਦੇਖਦੇ ਸੀਗੇ। ਓਕੇ, ਤੁਹਾਡੇ ਵੱਡੇ ਬ੍ਰਦਰ ਵੀ ਖੇਡਦੇ ਰਹੇ ਹੋ? ਹਾਂਜੀ ਹਾਂਜੀ, ਮੇਰੇ ਵੱਡੇ ਬ੍ਰਦਰ, 2 ਵੱਡੇ ਬ੍ਰਦਰ ਇੱਕ ਕਸਟਮ 'ਚ ਸੀਗੇ, ਇੱਕ ਆਰਸੀਐਫ 'ਚ ਸੀਗੇ। 3 ਬ੍ਰਦਰ ਮੈਨੂੰ ਮਤਲਬ ਸਪੋਰਟਸ ਕੋਟੇ 'ਚ ਤੁਸੀਂ ਕਹਿ ਸਕਦੇ ਨੌਕਰੀ ਮਿਲੀ। ਇੱਥੇ ਫਿਰ ਹੁਣ ਜੀਵਨ ਸੰਤੁਸ਼ਟ ਹੋ ਜੀ? ਲੋਕ ਆਪਣੇ ਆਸੇ-ਪਾਸੇ ਮਾਹੌਲ ਵਧੀਆ? ਸਾਡਾ ਦੇਖੋ ਹੁਣ ਬਚਪਨ ਤੋਂ ਹੀ ਅਸੀਂ ਇੱਥੇ, ਹੁਣ ਸਾਡਾ ਮਾਹੌਲ ਦੇਖ ਲਓ, ਤੁਹਾਡੇ ਮੂਹਰੇ ਹੀ ਆ, ਸਾਰੇ ਇਕੱਠੇ ਭਾਈਚਾਰਾ ਸਾਡਾ ਇੰਨਾ ਵਧੀਆ ਉਰੇ ਦਾ ਹੈਗਾ। ਹਾਂਜੀ, ਇਹੀ ਸੱਥ ਹੈ ਤੁਹਾਡੀ ਫਿਰ? ਸਾਡੀ ਇਹੀ ਸੱਤ ਹੈ। ਹਾਂਜੀ। ਤੇ ਪੰਜਾਬ ਜਾਂਦੇ ਰਹਿੰਦੇ ਹੋ ਫਿਰ? ਪੰਜਾਬ ਸਾਲ 'ਚ 1-2 ਗੇੜੇ ਲੱਗ ਜਾਂਦੇ ਆ। ਹਾਂਜੀ, ਚੱਕਰ ਲੱਗ ਜਾਂਦੇ ਆ। ਬਿਲਕੁਲ। ਸੋ ਇਹ ਬਹੁਤ ਕਮਾਲ ਦੇ ਇਨਸਾਨ ਸਾਨੂੰ ਇੱਥੇ ਮਿਲ ਰਹੇ ਨੇ। ਥਲੀ ਬਾਈ ਦੇਖੋ। ਹਾਂਜੀ, ਹੋਰ ਮੈਂ ਦੱਸਣੀ ਚਾਹੁੰਦਾ, ਇੱਕ ਉਹ ਬੰਗਾਲੀ ਭਰਾ ਵੀ ਸਾਡੇ ਬੈਠੇ ਨੇ, ਉਹ ਬੰਗਾਲ ਦੇ ਇੱਥੋਂ ਦੇ ਹੀ ਨੇ ਤੇ ਦਿੱਲੀ ਕਿਸਾਨ ਮੋਰਚੇ ਤੇ ਜਾ ਕੇ ਆਏ ਨੇ। ਹਾਲਾਂਕਿ ਉਹਨਾਂ ਦੇ ਕਹਿੰਦੇ ਲੱਤ ਦੇ ਵਿੱਚ ਰੋਡ ਵੀ ਪਈ ਹੋਈ ਹੈ। ਤੇ ਇੱਕ ਸਲਾਮ ਹੈ, ਕਮਾਲ ਦੇ ਸ਼ਖਸੀਅਤਾਂ ਨੇ ਇੱਥੇ ਸਾਰੀਆਂ ਬੈਠੀਆਂ। ਭਾਜੀ ਪੁਸ਼ਪਿੰਦਰ ਭਾਜੀ ਇਹ ਦਿੱਲੀ ਮੋਰਚੇ ਤੇ ਜਾ ਕੇ ਆਏ ਨੇ, ਗੁਰਦੀਪ ਭਾਜੀ ਦੇ ਜੀਜਾ ਜੀ ਹੈਗੇ ਨੇ। ਸੋ ਆਪਾਂ ਜੀ ਹਾਕੀ ਇਹ ਵੀ ਖੇਡਦੇ ਰਹੇ ਨੇ ਔਰ ਹੈ। ਤੁਸੀਂ ਉਹਨਾਂ ਨਾਲ ਗੱਲ ਕਰੋ, ਫਿਰ ਮੈਂ ਭਾਜੀ ਨਾਲ ਗੱਲ। ਹਾਂਜੀ, ਇਹ ਭਾਜੀ ਵੀ ਜਿਹੜੇ ਸਪੋਰਟਸ ਕੋਟੇ ਦੇ ਵਿੱਚ ਹੀ ਜੌਬ ਜਿਹੜੀ ਮਿਲੀ। ਭਾਜੀ ਕਿਸ ਜੌਬ ਦੇ ਵਿੱਚੋਂ ਤੁਸੀਂ? ਕਲਕੱਤਾ ਇਲੈਕਟ੍ਰਿਕ ਸਪਲਾਈ ਕਾਰਪੋਰੇਸ਼ਨ, ਸਪੋਰਟਸ ਕੋਟੇ ਦੇ ਵਿੱਚ ਮਿਲੀ? ਸਪੋਰਟਸ ਕੋਟਾ। ਇਹ ਕਲਕੱਤਾ ਦੇ ਵਿੱਚ ਮਿਲ ਰਹੀਆਂ ਐਵੇਂ ਦੀਆਂ ਜੌਬਸ ਸਪੋਰਟਸ ਕੋਟੇ ਦੇ ਵਿੱਚ? ਜੇ ਪੰਜਾਬ ਹੁੰਦੇ ਉਮੀਦ ਸੀ ਵੀ ਮਿਲ ਜਾਂਦੀ ਉੱਥੇ ਵੀ? ਆਪ ਵੀ ਮੈਨੂੰ ਜੌਬ ਹੋ ਰਹੀ ਸੀ ਬਿਜਲੀ ਬੋਰਡ ਦੇ ਵਿੱਚ, ਉੱਥੇ ਫੋਰਮੈਨ ਦੇ ਰਹੇ ਸੀ ਮੈਨੂੰ। ਮੈਂ ਫੈਮਿਲੀ ਉਰੇ ਕਰਕੇ ਮੈਂ ਜੁਆਇਨ ਨਹੀਂ ਕੀਤੀ ਉੱਥੇ। ਹਾਂਜੀ, ਬਲਕਿ ਕਿਹਾ ਜਾ ਸਕਦਾ, ਮੈਂ ਤਾਂ ਸੋਚਿਆ ਵੀ ਉੱਥੇ ਮਿਲਦੀਆਂ ਹੀ ਨਹੀਂ ਆ। ਨਹੀਂ ਮਿਲ ਗਈ ਸੀ ਜੌਬਾਂ ਉੱਥੇ ਵੀ ਬਹੁਤ, ਇੱਥੇ ਵੀ ਜੌਬਾਂ ਬਥੇਰੀਆਂ ਰੇਲਵੇ 'ਚ ਨੇ, ਈਸਟਰਨ ਰੇਲਵੇ ਜਿਵੇਂ ਸਾਊਥ ਈਸਟਰਨ ਰੇਲਵੇ, FCI ਜੌਬਾਂ ਇੱਥੇ ਵੀ ਬਹੁਤ ਨੇ। ਇੰਡੀਆ ਦੀ ਟੀਮ ਦੇ ਵਿੱਚ ਖੇਡਦੇ ਰਹੇ ਹੋ? ਨਹੀਂ, ਇੰਡੀਆ ਇੱਕ ਵਾਰ ਜੂਨੀਅਰ ਇੰਡੀਆ ਕੈਂਪ ਕੀਤਾ, ਨੈਸ਼ਨਲ ਖੇਲਿਆ ਮੈਂ। ਹਾਂਜੀ, ਹਾਕੀ ਜੀ, ਹਾਕੀ। ਹਾਂਜੀ, ਤਾਂ ਹੀ ਫਿੱਟ ਨੇ ਭਾਜੀ, ਮੇਰੇ ਵਰਗੇ ਨਹੀਂ ਹੈਗੇ। ਤਾਂ ਹੀ ਫਿੱਟ ਆ, ਮੇਰੇ ਵਰਗੇ ਨਹੀਂ ਹੈਗੇ। ਨਹੀਂ ਭਾਜੀ ਬਹੁਤ ਫਿੱਟ ਹੈ। ਕਿਉਂ, ਕਿੰਨੀ ਕੁ ਉਮਰ ਹੋ ਗਈ ਭਾਈ ਦੀ? 50 ਸਾਲ ਹੋ ਗਏ। ਉਮਰ ਥੋੜੀ ਪੁੱਛੀ ਦੀ ਹੈ। 50 ਸਾਲ ਦੇ ਹੋ ਗਏ ਭਾਈ, ਕਮਾਲ ਹੈ। ਲੱਗਦੇ ਨਹੀਂ ਹੈ। ਇਹ ਇੱਥੋਂ ਦੇ ਕਲਕੱਤਾ ਦੇ ਹਰੇਕ ਲੋਕਾਂ ਦੀ ਅੱਛਾ, ਇੱਕ ਇਹ ਦੇਖੋ ਖਾਸੀਅਤ ਹੈ ਭਾਈ। ਕਲਕੱਤਾ ਦੇ ਲੋਕ ਕਿੰਨਾ ਮਿੱਠਾ ਖਾਂਦੇ। ਨਹੀਂ ਤਾਂ ਆਮ ਆਪਣੇ ਸਭ ਤੋਂ ਪਹਿਲੀ ਚੀਜ਼ ਕਹਿੰਦੇ ਮਿੱਠਾ ਛੱਡ ਦਿਓ ਯਾਰ, ਮੋਟੇ ਹੋ ਰਹੇ ਹੋ ਜਾਂ ਸਿਹਤ ਤੁਹਾਡੀ ਭਾਰੀ ਹੋ ਰਹੀ ਹੈ, ਮਿੱਠਾ ਛੱਡ ਦਿਓ। ਇੱਥੇ ਤਾਂ ਮਿੱਠੇ ਬਿਨਾਂ ਜ਼ਿੰਦਗੀ ਨਹੀਂ ਹੈਗੀ, ਫਿਰ ਵੀ ਫਿੱਟ ਨੇ ਲੋਕ। ਪਾਣੀ 'ਚ ਹੀ ਕੁਛ ਹੈ। ਔਰ ਉਹ ਜਿਹੜਾ ਇੱਕ ਚਤਰੰਜਨ ਦਾ ਅਸੀਂ ਖਾ ਕੇ ਆਏ ਜੀ, ਉਹ ਰਸਗੁੱਲਾ ਬੜਾ ਮਸ਼ਹੂਰ ਹੈ। ਅਸੀਂ ਵੀ ਖਾਧਾ। ਤੁਸੀਂ ਵੀ ਖਾਧਾ ਜੀ? ਉਹ ਕਹਿੰਦੇ ਵੀ
ਨਹੀਂ ਜੀ ਸਿੰਪਲ ਉਹ ਕਹਿੰਦੇ ਵੀ ਇੱਥੋਂ ਦੇ ਪਾਣੀ 'ਚ ਹੀ ਕੁਛ ਐਸਾ ਹੈ ਵੀ ਜਿਹੜਾ ਉਹ ਇੰਨਾ ਸੌਫਟ ਤੇ ਸਵਾਦ ਬਣਦਾ। ਬੜੀ ਦੁਨੀਆ ਨੇ ਉਹਨਾਂ ਨੇ ਉਹ ਕਹਿੰਦੇ ਅਸੀਂ ਆਪਦੇ ਕਾਰੀਗਰ ਵੀ ਬਾਹਰ ਭੇਜ ਕੇ ਟਰਾਈ ਕਰਕੇ ਦੇਖ ਲਿਆ ਵੀ ਜਿਵੇਂ ਕੋਈ ਵਿਆਹ ਵਾਲਾ ਸੱਦ ਲੈਂਦਾ ਵੀ ਸਾਡੇ ਮੰਨ ਲਓ ਪੰਜਾਬ 'ਚ ਆਪਾਂ ਸੱਦ ਲਈਏ ਵੀ ਵਿਆਹ ਤੇ ਉਹ ਬਣਾਓ, ਆਪਦੇ ਕਾਰੀਗਰ ਪੇ ਉੱਥੇ ਉਹੋ ਜਿਹਾ ਬਣਦਾ ਨਹੀਂ ਕਹਿੰਦੇ ਸਾਡੇ ਤੋਂ। ਬਿਲਕੁਲ। ਸੋ ਸਿਮਰਨ ਬਾਈ ਦੇ ਨਾਲ ਕੈਮਰੇ ਤੇ ਕੰਮ ਕਰਦੇ ਨੇ ਜਗਰੂਪ। ਆਪਾਂ ਇਹਨਾਂ ਦੇ ਨਾਲ ਗੱਲ ਕਰੀਏ ਤੇ ਇਹ ਫਿਰ ਕੈਮਰਾ ਹੈਂਡਲ ਕਰਨਗੇ, ਅਸੀਂ ਆਪਣੇ ਸਤਨਾਮ ਦੇ ਨਾਲ ਵੀ ਮਿਲਾਉਣਾ ਬਹੁਤ ਜ਼ਰੂਰੀ। ਸੋ ਇਹ ਜਿਹੜੇ ਸੈਣੀ ਭਾਜੀ ਸੀਗੇ ਬਲਜੀਤ ਸਿੰਘ ਸੈਣੀ, ਇਹ ਗੁਰਜੀਤ ਸਿੰਘ ਤੇ ਅਸੀਂ ਸਾਰੇ ਇੱਕ ਬੈਚ ਦੇ ਆ। ਅਸੀਂ ਸਾਰੇ ਇਕੱਠੇ ਹਾਕੀ ਖੇਡਦੇ ਰਹੇ ਹਾਂਗੇ, ਖਾਲਸਾ ਸਕੂਲ ਤੋਂ ਅਸੀਂ ਖੇਡੇ ਹਾਂਗੇ। ਉਸ ਤੋਂ ਬਾਅਦ ਉਹ ਪੰਜਾਬ ਚਲੇ ਗਏ, ਉਹਨਾਂ ਨੂੰ ਮੈਨੇ ਬੈਂਕ 'ਚ ਨੌਕਰੀ ਮਿਲ ਗਈ। ਬਲਜੀਤ ਸਿੰਘ ਸੈਣੀ ਉੱਥੇ ਚਲੇ ਗਏ। ਇਹ ਸਾਡਾ ਵੀਰ ਇੱਕ ਟਾਈਮ ਇਹੋ ਜਿਹਾ ਸੀਗਾ ਵੀ ਬੰਗਾਲ ਦੇ ਵਿੱਚ ਟੌਪ ਦੇ ਜੇ 2-3 ਪਲੇਅਰ ਗਿਣਦੇ ਉਹਨਾਂ 'ਚੋਂ ਇੱਕ ਗਿਣਿਆ ਜਾਂਦਾ ਸੀਗਾ। ਇਹ ਕਾਫੀ ਵਧੀਆ ਹਾਕੀ ਖੇਡਦੇ ਸੀਗੇ। ਇਹ ਲੈਫਟ ਇਨ ਪੋਜੀਸ਼ਨ ਸੀ ਇਹਦੀ। ਤੇ ਅੱਜ ਤੱਕ ਵੀ ਅਸੀਂ ਇਕੱਠੇ ਪ੍ਰੈਕਟਿਸ ਅਜੇ ਵੀ ਕਰਦੇ ਹਾਂ। ਖਾਲਸਾ ਸਕੂਲ ਸੈਟਰਡੇ ਸੰਡੇ ਅਸੀਂ ਅੱਜ ਵੀ ਖੇਲਣ ਜਾਂਦੇ ਹਾਂ। ਇਸੇ ਕਰਕੇ ਤੁਹਾਡੀਆਂ ਉਮਰਾਂ ਦਾ ਪਤਾ ਨਹੀਂ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜੀ। ਰਾਈਟ ਸਾਈਡ ਹਾਂਜੀ ਪ੍ਰੈਕਟਿਸ ਨਾਲ ਸਪੋਰਟਸ ਨਾਲ ਜੁੜਿਆ ਕਰਕੇ ਫਿਟ ਰਹੀਦਾ। ਹੁਣ ਤਾਂ ਇਹ ਸਾਡੇ ਕਾਲੇ ਵੀਰ ਨੇ ਜੀ ਜੀ ਹਾਂਜੀ ਕਾਲੇ ਵੀਰੇ, ਇਹ ਮੇਰੇ ਸਕੂਲ 'ਚ ਅਸੀਂ ਇਕੱਠੇ ਪੜ੍ਹੇ ਲਿਖੇ ਆਂਗੇ ਤੇ ਅਸੀਂ ਹਮੇਸ਼ਾ ਬਚਪਨ ਤੋਂ ਹੀ ਅਸੀਂ ਇਕੱਠੇ ਆਂਗੇ। ਸਾਡਾ ਜਦੋਂ ਅਸੀਂ ਉਰੇ ਆਉਣੇ ਆਂਗੇ ਇਸ ਸਿਰਫ ਅਸੀਂ ਸਾਡਾ ਖੂਨ ਵੱਧ ਜਾਂਦਾ, ਕਿਲੋ ਖੂਨ ਵੱਧ ਜਾਂਦਾ ਜਦੋਂ ਅਸੀਂ ਉਰੇ ਇੱਥੇ ਆਉਣੇ ਆ ਕੇ ਇਕੱਠੇ ਇੱਕ ਸੱਤ 'ਚ ਬਹਿ ਕੇ ਮਿਲਦੇ। ਆਹ ਕਾਲੇ ਵੀਰੇ ਇੱਧਰ ਤੂੰ ਬੋਲਣਾ ਇਹ ਸਾਡੇ ਜਮਾਈ ਬਾਬੂ ਨੇ, ਇਹ ਪੁਸ਼ਪਿੰਦਰ ਸਿੰਘ ਸਾਡੇ ਜਮਾਈ ਬਾਬੂ ਨੇ, ਇੱਕ ਕਿਲ੍ਹਾ ਰਾਏਪੁਰ। ਹਾਂਜੀ ਸਾਡਾ ਕੈਮਰਾ ਇਹਨਾਂ ਕੋਲ ਹੈ। ਠੀਕ ਹੈ। ਤੇ ਤੁਸੀਂ ਦਿੱਲੀ ਜਾ ਕੇ ਆਏ ਜੀ, ਕਿਵੇਂ ਦਾ ਤਜਰਬਾ ਰਿਹਾ? ਅਸੀਂ ਜਦੋਂ ਦਿੱਲੀ ਗਏ ਆ ਪਹਿਲਾਂ ਤਾਂ ਸਾਨੂੰ ਐ ਲੱਗਿਆ ਸੀ ਵੀ ਉੱਥੇ ਠੰਡ ਜਾਂ ਹੋਰ ਵੀ ਬਹੁਤ ਪ੍ਰੋਬਲਮ ਹੋਣਗੇ, ਪਰ ਉੱਥੇ ਦੇ ਜਿਹੜੇ ਭਾਈਚਾਰਾ ਹਰਿਆਣੇ ਵਾਲਿਆਂ ਨੇ ਦਿਖਾਇਆ ਪੰਜਾਬ ਦਾ, ਉਹ ਬਹੁਤ ਹੀ ਵਧੀਆ ਲੱਗਿਆ। ਨੈਕਸਟ ਟਾਈਮ ਮੈਂ ਫਿਰ ਗਿਆ ਟ੍ਰੇਨ 'ਚ, ਥੋੜ੍ਹਾ ਜਿਹਾ ਉੱਥੇ ਪੂਰਾ ਵਿਆਹ ਜਿਹਾ ਸੀ, ਉਹ 'ਚ ਵੀ ਸਾਨੂੰ ਹਰਿਆਣੇ ਦੇ ਬੰਦੇ ਮਿਲੇ। ਉਹ ਕਹਿੰਦੇ ਹੁਣ ਆਪਾਂ ਭਾਈ ਹੋ ਗਏ ਆ। ਤੇ ਆਉਣ ਸਮੇਂ ਵੀ ਸਾਡੇ ਫੈਮਿਲੀ ਨੂੰ ਸਾਰਿਆਂ ਨੂੰ ਐ ਸੀ ਕਿ ਅਸੀਂ ਅੰਦੋਲਨ 'ਚ ਜਾ ਕੇ ਆਉਣਾ। ਮੈਂ ਬਾਈ ਰੋਡ ਆਇਆ, ਮੈਂ ਡਰਾਈਵਰ ਨੂੰ ਕਿਹਾ ਸੀ ਜੇ ਤਾਂ ਹੋ ਚੱਲਿਆ ਤਾਂ ਸਿੰਘੂ ਬਾਰਡਰ ਲੈ ਜੀ। ਫਿਰ ਉਹ ਵੀ ਆ ਕੇ ਉਹਨਾਂ ਨੇ ਵੀ ਆਪਦੀ ਹਾਜ਼ਰੀ ਲਗਾਈ ਸੀਗੀ। ਤੇ ਇਸ ਦੇ ਕਰਕੇ ਵੀ ਉੱਥੇ ਜਿਹੜਾ ਜਾਣਾ ਹੋਇਆ ਤਾਂ ਸਾਨੂੰ ਰੀਅਲਿਟੀ ਪਤਾ ਲੱਗਿਆ ਵੀ ਕਿਸਾਨਾਂ ਨੇ ਜਿਹੜਾ ਮੋਰਚਾ ਕੀਤਾ ਸੀ, ਪਹਿਲਾਂ ਤਾਂ ਉਹੀ ਸੋਚਦੇ ਹੁੰਦੇ ਸੀ, ਪਰ ਉੱਥੇ ਰੀਅਲ ਗੱਲ ਤੇ ਪਤਾ ਲੱਗਿਆ ਵੀ ਇਹ ਬਹੁਤ ਸਹੀ ਤੇ ਚੰਗੀ ਗੱਲ ਆ ਕਿਸਾਨਾਂ ਦੀ। ਸੋ ਬਹੁਤ ਵਧੀਆ ਜਿਹੜਾ ਅੱਜ ਮਾਹੌਲ ਬਣਿਆ ਹੋਇਆ ਹੈ। ਸੋ ਗੱਲਾਂ ਬਾਤਾਂ ਕਰ ਰਹੇ। ਜਗਰੂਪ ਦੀ ਗੱਲ ਕੀਤੀ। ਜਗਰੂਪ ਬਾਈ, ਕਿਵੇਂ ਕਲਕੱਤੇ ਪਹਿਲੀ ਵਾਰ ਆਏ ਹੋ? ਪਹਿਲੀ ਵਾਰ ਆਏ ਬਾਈ ਜੀ, ਪਹਿਲੀ ਵਾਰ। ਕਿਵੇਂ ਦਾ ਤਜਰਬਾ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਤਜਰਬਾ ਵੱਖਰਾ। ਅੱਜ ਤੱਕ ਜਿੱਦਾਂ ਪਾਕਿਸਤਾਨ ਵੀ ਜਾ ਕੇ ਆਏ, ਉੱਥੇ ਤਜਰਬਾ ਵੱਖਰਾ ਸੀ, ਪਰ ਇੱਥੇ ਦਾ ਤਜਰਬਾ ਬਹੁਤ ਵੱਖਰਾ। ਪਾਕਿਸਤਾਨ ਬਹੁਤ ਤੰਗੀਆਂ ਸੀ ਜਿੱਦਾਂ ਆਪਣੇ, ਇੱਥੇ ਉਹ ਆ ਕੇ ਮਾਹੌਲ ਨਹੀਂ ਲੱਗਿਆ ਕੋਈ ਵੀ ਬਗਾਨੇ ਦੇਸ਼ ਆਏ ਅੱਛਾ, ਆ। ਇਹ ਕੰਪੈਰੀਜ਼ਨ ਕੀ ਹੋਇਆ? ਕਿੱਧਰ ਪਾਕਿਸਤਾਨ ਗਏ ਆਪਾਂ ਤੇ ਕਿੱਥੇ ਆਪਾਂ ਇੱਧਰ ਆਏ ਆ? ਗੱਲ ਹੋ ਗਈ ਨਾ ਵੀ ਪਹਿਲਾਂ ਤਾਂ ਪਾਕਿਸਤਾਨ ਤੋਂ ਬਾਅਦ ਆਇਆ ਇੱਥੇ ਹੈ ਟੂਰ ਤੇ, ਤਾਂ ਕੰਪੈਰੀਜ਼ਨ ਕਰੀ ਜਾਂਦਾ। ਦਿੱਲੀ ਲਾਇਆ ਜਿੰਨਾ ਟੂਰ ਲਾਇਆ ਪਾਕਿਸਤਾਨ ਤੋਂ ਬਾਅਦ ਨਾ, ਪਾਕਿਸਤਾਨ ਤੋਂ ਬਾਅਦ ਦਿੱਲੀ ਰਹੇ ਜਿੰਨਾ ਚਿਰ। ਧਰਨਾ ਜਦੋਂ ਸ਼ੁਰੂ ਹੋਇਆ ਉਦੋਂ ਧਰਨੇ ਸੀਗੀਆਂ। ਅਸਲ ਦੇ ਵਿੱਚ ਸਿਮਰਨ ਬਾਈ ਤੁਹਾਡੀਆਂ ਕਮੀਆਂ ਇਸ ਕਰਕੇ ਥੋੜੀਆਂ ਦੱਸ ਰਿਹਾ ਵੀ ਕਿਤੇ ਹੁਣ ਕੈਮਰੇ ਦੇ ਸਾਹਮਣੇ ਨਾ ਆਉਣ ਲੱਗ ਜੇ ਜਗਰੂਪ। ਨਹੀਂ ਮੈਂ ਤੈਨੂੰ ਇੱਕ ਨਾ ਸਟੋਰੀ ਕਰਾਈ ਇਹਦੇ ਤੋਂ, ਤੇ ਊਂ ਤੁਹਾਨੂੰ ਪਤਾ ਵੀ ਵਿਊ ਵਾਲੇ ਕਿੱਡੇ ਪੰਗੇ ਹੁੰਦੇ ਆ ਨਾ। ਉਹ ਇਹਦੀ ਮਿਲੀਅਨ, ਪਹਿਲੀ ਸਟੋਰੀ ਮਿਲੀਅਨ। ਅੱਛਾ। ਤੇ ਮੈਂ ਬਹੁਤ ਐਨਕਰੇਜ ਕਰਦਾ। ਹੁਣ ਵੀ ਇਹ ਕਹਿੰਦਾ ਵੀ ਨਹੀਂ ਮੇਰੇ ਨਾ ਪੱਗ ਦੂਜੀ ਨਹੀਂ ਬੰਨੀ, ਮੈਂ ਨਹੀਂ। ਮੈਂ ਕਿਹਾ ਇਹ ਤਾਂ ਸੰਤਾਂ ਵਾਲਾ ਸਰੂਪ ਹੈ, ਸੰਤ ਵੀ ਇਸ ਸਰੂਪ 'ਚ ਰਹਿੰਦੇ ਸੀ। ਵਾਹ ਜੀ ਵਾਹ। ਤੇ ਤੂੰ ਇਹਦੀ ਨਾ ਸੰਗਿਆ ਕਰ, ਇਹ ਸਰੂਪ ਤਾਂ ਕਿਸੇ ਨੂੰ ਹਾਸਲ ਹੁੰਦਾ। ਹਾਂ ਬਾਈ, ਬਹੁਤ ਵਧੀਆ ਸਰੂਪ। ਇਹਨੂੰ ਕੈਮਰੇ ਦੇ ਪਿੱਛੇ ਨਾ ਰੱਖਿਆ ਕਰੋ ਯਾਰ, ਇਹਨੂੰ ਅੱਗੇ ਰੱਖਿਆ ਕਰੋ ਬਾਈ ਨੂੰ। ਇਹ ਤੁਸੀਂ ਸਮਝਾਓ, ਮੈਂ ਤਾਂ ਬਹੁਤ ਕਹਿਣਾ ਅੱਗੇ ਰਿਹਾ ਕਰੋ। ਮਾਰੇ ਪਿੱਛੇ ਕਿਉਂ ਰਹਿੰਦੇ ਹੋ ਤੁਸੀਂ? ਪਿੱਛੇ ਵੀ ਬਾਈ ਜੀ ਬਹੁਤ ਕੰਮ ਹੁੰਦੇ ਆ ਨਾ। ਹੁਣ ਹਰ ਕਿਸੇ ਦੇ ਵੱਸ ਨਹੀਂ ਨਾ ਆ ਕੰਮ। ਮੈਂ ਕੈਮਰੇ ਦੇ ਅੱਗੇ ਆਉਣ ਲੱਗ ਗਿਆ, ਫਿਰ ਪਿੱਛੇ ਵਾਲਾ ਬੰਦਾ ਇੱਕ ਹੋਰ ਲੱਭਣਾ ਪਊਗਾ। ਫਿਰ ਮੈਨੂੰ ਕੈਮਰਾ ਸਿੱਖਣਾ ਪੈਣਾ। ਨਹੀਂ ਨੌਕਰੀ ਤਾਂ ਗੁਰੂ ਮਹਾਰਾਜ ਨੇ ਸਭ ਸੈੱਟ ਹੈ ਜੀ ਕੰਮ। ਸੋ ਬਿਲਕੁਲ ਜੀ। ਜਗਰੂਪ ਤੁਸੀਂ ਕੈਮਰਾ ਪਲੀਜ਼ ਹੈਂਡਲ ਕਰਿਓ। ਹੁਣ ਸਤਨਾਮ ਤੁਸੀਂ ਆਓ ਇੱਧਰ। ਤੁਹਾਡੇ ਨਾਲ ਜਿਹੜੀ ਕਿਵੇਂ ਦਾ ਤਜਰਬਾ ਤੁਹਾਡਾ? ਤੇ ਬੰਗਾਲੀ ਭਾਈ ਸਾਹਿਬ ਨੇ, ਉਹਨਾਂ ਦੇ ਨਾਲ ਗੱਲਬਾਤ। ਤੇ ਸਾਡੇ ਨਾਲ ਛੋਟੇ ਭਰਾਵਾਂ ਵਰਗਾ ਮੇਰਾ ਤਾਂ ਸਤਨਾਮ, ਤੇ ਬੇਸ਼ੱਕ ਕੈਮਰੇ ਦੇ ਪਿੱਛੇ ਰਹਿੰਦਾ, ਪਰ ਸਾਡਾ ਕਦੇ ਐਵੇਂ ਦਾ ਹੋਇਆ ਨਹੀਂ ਵੀ ਸੀਨੀਅਰ ਜੂਨੀਅਰ ਦਾ। ਅਸੀਂ ਭਾਈਆਂ ਵਾਂਗ ਹੀ ਰਹਿੰਦੇ ਆ। ਸਿਮਰਨ ਦੇ ਨਾਲ ਵੀ ਜਗਰੂਪ ਹੁੰਦਾ ਤਾਂ ਆਪਾਂ ਕੋਈ ਅਜਿਹਾ ਨਹੀਂ ਹੁੰਦਾ ਵੀ ਕਿਹੜਾ ਕਿਵੇਂ ਦਾ ਰੁਤਬਾ ਜਾਂ ਕਿਵੇਂ ਦੀ ਤੁਹਾਡਾ ਅਹੁਦਾ ਹੈ। ਸੋ ਆਪਾਂ ਅੱਜ ਭਰਾਵਾਂ ਦੇ ਤੌਰ ਤੇ ਹੀ ਬੈਠੇ ਹਾਂ। ਬਾਈ ਜ਼ਰੂਰ ਇਹ ਦੋਵੇਂ ਬੰਦਿਆਂ ਨਾਲ ਤੁਸੀਂ ਗੱਲ
ਮੈਂ ਤਾਂ ਸਤਨਾਮ ਨੂੰ ਕੱਲ ਮਿਲਿਆ। ਇਹਦੀ ਕਮਾਲ ਦੀ ਗੱਲ ਇਹ ਹੈ ਕਿ ਇਹ ਪੋਇਟਿਕ ਬਹੁਤ ਹੈ, ਕਵਿਤਾ ਬੜੀ ਜੋੜਦਾ ਹੈ। ਕਵਿਤਾ ਭਾਜੀ ਮੈਂ ਐਮਏ ਮਿਊਜ਼ਿਕ ਕੀਤੀ ਹੋਈ ਆ ਤੇ ਮੈਂ ਬਚਪਨ ਤੋਂ ਮਤਲਬ ਸਾਹਿਤ ਪੜ੍ਹਦਾ ਸੀਗਾ। ਐਮਏ ਪੰਜਾਬੀ ਵੀ ਹੈ ਮੇਰੀ। ਬਾਈ ਜੀ ਗੀਤ ਸੁਣ ਲਈਏ, ਫਿਰ ਪਹਿਲਾਂ ਗੀਤ ਹੀ ਸੁਣ ਲੈਂਦੇ ਆ। ਹਾਂਜੀ ਗੀਤ ਸੁਣ ਲਈਏ ਜੀ। ਇਹ ਸੱਥ ਹੈ ਆਪਣੀ, ਇਹ ਬੰਗਾਲ 'ਚ ਸੱਥ ਹੈ। ਕਰੋਨਾ ਵਾਲਾ ਸੁਣਨਾ ਜੀ? ਪੰਜਾਬੀ ਭਾਸ਼ਾ ਵਾਲਾ। ਚਲੋ ਪੰਜਾਬੀ ਵਾਲਾ ਸੁਣਾਉਂਦਾ ਜੀ। ਹੋ ਸਿੱਖਦੇ ਹੀ ਰਹੀਏ ਸਦਾ, ਸਿੱਖਣਾ ਜ਼ਰੂਰੀ, ਸਿੱਖਿਆ ਤੋਂ ਬਿਨਾ ਹੁੰਦੀ ਜ਼ਿੰਦਗੀ ਅਧੂਰੀ। ਸਿੱਖਦੇ ਹੀ ਰਹੀਏ ਸਦਾ, ਸਿੱਖਣਾ ਜ਼ਰੂਰੀ, ਸਿੱਖਿਆ ਤੋਂ ਬਿਨਾ ਹੁੰਦੀ ਜ਼ਿੰਦਗੀ ਅਧੂਰੀ। ਦੂਜਿਆਂ ਨਾ ਕਰੋ ਇਨਸਾਫ ਸਦਾ, ਪਰ ਦਗਾ ਆਪਣਿਆਂ ਨਾਲ ਨਾ ਕਮਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਹੈਲੋ ਸੌਰੀ ਥੈਂਕ ਯੂ ਨੇ ਸਾਰੇ ਕਹਿਣ ਲੱਗ ਪਏ। 26 ਹੁਣ 35 ਤੇ ਭਾਰੇ ਪੈਣ ਲੱਗ ਪਏ। 26 ਇੰਗਲਿਸ਼ ਦੇ ਲੈਟਰ ਤੇ 35 ਪੰਜਾਬੀ ਦੇ। ਹੈਲੋ ਸੌਰੀ ਥੈਂਕ ਯੂ ਨੇ ਸਾਰੇ ਕਹਿਣ ਲੱਗ ਪਏ। 26 ਹੁਣ 35 ਤੇ ਭਾਰੇ ਪੈਣ ਲੱਗ ਪਏ। ਬੋਲਦੇ ਪੰਜਾਬੀ ਕਾਹਤੋਂ ਲੱਗਦੀ ਐ ਸੰਗ ਬਈ, ਆਪਣੀ ਜ਼ੁਬਾਨ ਵਿੱਚ ਹੱਥ ਕਿਉਂ ਆ ਤੰਗ ਬਈ। ਵਿਰਸੇ ਚੋਂ ਮਿਲਿਆ ਏ ਕੀਮਤੀ ਖਜ਼ਾਨਾ, ਵਿਰਸੇ ਚੋਂ ਮਿਲਿਆ ਏ ਕੀਮਤੀ ਖਜ਼ਾਨਾ, ਐਵੇਂ ਲੋਕਾਂ ਪਿੱਛੇ ਲੱਗ ਨਾ ਗਵਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਗੱਲ ਮੈਂ ਕਹਿਣੀ ਚਾਹੁੰਦਾ ਇੱਥੇ ਬਈ ਦੇਖੋ ਜੀ, ਹੁਣ ਅਸੀਂ ਇਸ ਤੋਂ ਬਾਅਦ ਸਾਡਾ ਬੰਗਲੌਰ ਦਾ ਪ੍ਰੋਗਰਾਮ ਵੀ ਹੈਗਾ, ਉੱਥੇ ਅਸੀਂ ਰਿਪੋਰਟਿੰਗ ਕਰਨ ਜਾਣਾ ਹੈ, ਪਰ ਅਸੀਂ ਨਾਲ ਮਿਊਜ਼ੀਸ਼ੀਅਨ ਲੈ ਕੇ ਜਾਣੇ ਆ। ਜਿੱਥੇ ਸਾਡਾ ਖਾੜਾ ਲਾਉਣਾ ਹੋਇਆ ਬੁੱਕ ਕਰ ਲਓ ਹੁਣੇ। ਉਹ ਟਿਕਟਾਂ ਦੇ ਪੈਸੇ ਤਾਂ ਕੱਢ ਲਈਏ ਘੱਟੋ ਘੱਟ ਆਪਾਂ। ਬਿਲਕੁਲ 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 ਬਾਈ। ਤਾਂ ਬਹੁਤ ਅੱਛਾ। ਇੱਕ ਇਹਦੀ ਬਹੁਤ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਕੱਲ ਜਦੋਂ ਨੰਦੀਗ੍ਰਾਮ ਜਾ ਰਹੇ ਸੀ ਸਾਰੇ ਇੱਕੋ ਕਾਰ ਦੇ ਵਿੱਚ, ਕਿ ਅਸੀਂ ਸਾਰੇ ਉਹਨਾਂ ਪਰਿਵਾਰਾਂ ਤੋਂ ਆਏ ਹਾਂ, ਮਿਹਨਤਾਂ ਕਰਕੇ ਉੱਤੇ ਉੱਠੇ ਔਰ ਆਪਣੀਆਂ ਜ਼ਿੰਦਗੀਆਂ ਸਫਲ ਕਰ ਰਹੇ ਹਾਂ। ਔਰ ਬਹੁਤ ਡਾਊਨ ਟੂ ਅਰਥ ਹੈ ਕਿ ਪਰਿਵਾਰ ਦੇ ਪਿਛੋਕੜ ਵੀ ਜਦੋਂ ਗੱਲਬਾਤ ਕੀਤੀ ਔਰ ਆਪਣੇ ਪੈਰਾਂ 'ਤੇ ਸਟੈਂਡ ਹੋਣ ਵਾਲੇ। ਨਹੀਂ ਤਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਦੇਖਿਆ ਜਾਂਦਾ ਹੈ। ਥੋੜ੍ਹਾ ਦੱਸੋ ਮੈਨੂੰ ਆਪਦੇ ਪਿਛੋਕੜ ਬਾਰੇ, ਪਰਿਵਾਰ ਬਾਰੇ, ਆਪਣੇ ਫਾਦਰ ਬਾਰੇ ਦੱਸੋ ਥੋੜ੍ਹਾ। ਭਾਜੀ ਇੱਕ ਬਿਲਕੁਲ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਆ ਮੈਂ। ਤੇ ਫਾਦਰ ਮੇਰੇ ਇੱਕ ਫੈਕਟਰੀ 'ਚ ਜੌਬ ਕਰਦੇ ਸੀਗੇ, ਥੋੜੀ ਜ਼ਮੀਨ ਵੀ ਸੀਗੀ, ਖੇਤੀ ਵੀ ਕਰਦੇ ਸੀ। ਤੇ ਉਹ ਉੱਦਾਂ ਹੀ ਮਿਹਨਤ ਕਰਦਿਆਂ ਦੀ ਸਾਰੀ ਉਮਰ ਉਹਨਾਂ ਦੀ ਲੰਘ ਗਈ। ਪਰ ਇਹ ਆ ਵੀ ਪੜ੍ਹਾਇਆ ਲਿਖਾਇਆ ਵਧੀਆ, ਚਲੋ ਉਸ ਪੱਖ ਤੋਂ ਸੀ। ਤੇ ਕੈਂਸਰ ਹੋ ਗਿਆ ਉਹਨਾਂ ਨੂੰ ਆਖਰੀ ਉਮਰ 'ਚ, ਥੋੜਾ ਡੈਥ ਹੋ ਗਈ ਉਹਨਾਂ 2016 ਦੇ ਵਿੱਚ। ਤੋਂ ਜ਼ਿੰਮੇਵਾਰੀਆਂ ਥੋੜ੍ਹੀ ਜਿਹੀਆਂ ਆ ਗਈਆਂ ਉਹਦੇ ਕਰ। ਮੇਰਾ ਇਰਾਦਾ ਸੀਗਾ ਕਿ PhD ਮੈਂ ਕਰਾਂ, ਮੇਰਾ ਇਦਾਂ ਸੀਗਾ। ਤੇ ਮੈਂ MA ਕੀਤੀ ਸੀ ਅਜੇ, MA ਮਿਊਜ਼ਿਕ। ਉਹ ਤੋਂ ਬਾਅਦ ਮੈਂ ਇਨਰੋਲ ਹੋ ਵੀ ਗਿਆ ਸੀ MPhil ਕਰਨ ਦੇ ਲਈ ਅੱਗੇ, ਪਰ ਉਹ ਫਿਰ ਮੈਂ ਛੱਡਣੀ ਪਈ ਸਟੱਡੀ। ਤੇ ਫਿਰ ਮੈਂ ਟੀਚਿੰਗ ਕੀਤੀ, ਮਿਊਜ਼ਿਕ ਟੀਚਿੰਗ। ਫਿਰ ਵੀ ਇਹਨਾਂ ਕਿਹਾ ਵੀ ਆ ਇੱਧਰ ਬਸ। ਫਿਰ ਮੈਂ ਕਿਹਾ ਹੁਣ ਫਿਰ ਇਹ ਵੀ ਦੱਸੋ ਵੀ ਮੇਰੇ ਨਾਲ ਸੰਬੰਧ ਕਿਵੇਂ ਬਣਿਆ। ਅਸੀਂ ਕਾਫੀ ਟਾਈਮ ਦੇ ਜਾਣਦੇ ਬਚਪਨ ਦੇ ਇੱਕ ਦੂਜੇ ਨੂੰ। ਇੱਕ ਵਾਰੀ ਅਸੀਂ ਬੰਬੇ ਗਏ ਸੀ ਸਭ ਤੋਂ ਪਹਿਲੀ ਵਾਰੀ ਇਕੱਠੇ। ਮੈਨੂੰ ਲੱਗਦਾ ਮੈਂ 6ਵੀਂ 7ਵੀਂ ਕਲਾਸ 'ਚ ਹੋਊਂਗਾ ਉਦੋਂ। 7 6 7 ਪੁਰਾਣੇ ਜਾਣਦੇ ਹੋ? ਪੁਰਾਣੇ ਜਾਣਦੇ ਆ। ਨਹੀਂ ਸਿਲੈਕਟ ਹੋਈ ਸੀ ਇੱਕ ਉਦੋਂ ਚੈਨਲ ਸੀ ETC ਪੰਜਾਬੀ, ਤੇ ਉਹ ਪੂਰੇ ਪੰਜਾਬ ਦੇ ਵਿੱਚੋਂ 13 ਬੰਦੇ ਲੈ ਕੇ ਜਾਣੇ ਸੀ ਬੱਚੇ ਉਹਨਾਂ ਨੇ। ਤੇ ਉਹਦੇ ਵਿੱਚ ਅਸੀਂ 13 ਜਣੇ ਸਿਲੈਕਟ ਹੋਏ ਸੀ ਪੰਜਾਬ ਦੇ, ਜਿਹਦੇ ਵਿੱਚ ਮੈਂ ਵੀ ਸੀ, ਸਤਨਾਮ ਵੀ ਸੀ। ਤੁਸੀਂ ਵੀ ਗਾਉਂਦੇ ਸੀ? ਨਹੀਂ ਬਾਈ ਜੀ, ਉਦੋਂ ਨਾ ਉਹ ਸਹਿਜ ਪਾਠ ਸ਼ੁਰੂ ਕੀਤਾ ਸੀ ਉਹਨਾਂ ਨੇ। ਤੇ ਜਿਹੜੇ ਕੁਝ ਵਧੀਆ ਸੀਗੇ ਜਿਨ੍ਹਾਂ ਦਾ ਸ਼ੁੱਧ ਉਚਾਰਨ ਸੀ, ਤਾਂ ਉਹਨਾਂ ਨੂੰ ਲੈ ਕੇ ਗਏ ਸੀ। ਉਹਦੇ 'ਚ ਮੈਂ ਵੀ ਸੀ, ਤੇ ਮੇਰੇ ਕੋਲ ਫਰੀਦ ਜੀ ਦੇ ਸ਼ਲੋਕ ਸੀਗੇ, ਇਹਦੇ ਕੋਲ ਕਬੀਰ ਜੀ ਦੇ ਸੀਗੇ, ਭਗਤ ਕਬੀਰ ਜੀ ਦੇ, ਹੈ ਨਾ। ਤੇ ਉਹ ਆਪਾਂ ਫਿਰ ਗਏ ਉੱਥੇ ਟ੍ਰੇਨ ਦੇ ਵਿੱਚ, ਛੋਟੇ ਉਹ ਰਿਕਾਰਡ ਤਾਂ ਹੋ ਗਿਆ, ਪਤਾ ਨਹੀਂ ਚੱਲਿਆ ਨਹੀਂ। ਉਹ ਤੋਂ ਬਾਅਦ ETC ਚੈਨਲ ਇਹ ਪਤਾ ਨਹੀਂ ਲੱਭਿਆ ਨਹੀਂ ਸਾਨੂੰ। ਮੁੜ ਕੇ ਕਦੀ ਉਹ ਮਤਲਬ ਆਇਆ ਨਹੀਂ ਸ਼ਾਇਦ। ਮੁੜ ਕੇ ਹੁਣ ਬਣਨਾ ਸੀਗਾ। ਚਲੋ ਬੰਬੇ ਦਾ ਘੁੰਮਿਆ ਏ। ਬੰਬੇ ਘੁੰਮਿਆ ਜੀ ਬਸ ਅਸੀਂ ਫਿਰ ਤੰਗ ਕਰ ਰੱਖੇ, ਲਿਫਟ ਵਾਲੇ ਕਦੀ ਉੱਤੇ ਕਦੀ ਥੱਲੇ। ਮੈਂ ਲਿਫਟ ਹੀ ਬੜੀ ਵੱਡੀ ਗੱਲ ਹੁੰਦੀ ਸੀ, ਹੈ ਨਾ। ਵੱਡੀ ਗੱਲ ਸੀ। ਲੋਕ ਸਾਡੇ ਨਾਲ ਲਿਫਟ ਲੱਗੀ ਕਿਸੇ ਥਾਂ ਤੇ, ਉਹਨਾਂ ਨੇ 10 ਰੁਪਏ ਰੱਖਤੇ। ਕਿਸੇ ਸ਼ੋਰੂਮ 'ਚ ਲਿਫਟ ਲੱਗੀ ਤੇ ਉਹ ਪੌੜੀਆਂ ਸੀਗੀਆਂ, ਫਰਨੀਚਰ ਦਾ ਸ਼ੋਰੂਮ ਸੀ। 10 ਰੁਪਏ ਲਿਫਟ ਦੇ ਤਾਂ ਠਾ ਜਾਂਦੇ। ਉਹ ਘਰੋਂ 10 ਰੁਪਏ ਲੈ ਕੇ ਜਾਈਦੇ ਸਿਰਫ ਇਸ ਕਰਕੇ ਵੀ ਲਿਫਟ 'ਚ ਗੇੜਾ ਲਾ ਕੇ। ਉਹ ਟਾਈਮ ਵਿੱਚ ਭਾਜੀ ਮਤਲਬ
ਡਬਲ ਸਟੋਰੀ ਘਰ ਬੜੇ ਘੱਟ ਸੀਗੇ ਲੋਕਾਂ ਦੇ, ਉਦੋਂ ਇੰਨੀਆਂ ਵੱਡੀਆਂ ਬਿਲਡਿੰਗਾਂ ਦੇਖ ਕੇ ਅਸੀਂ ਤਾਂ ਪਾਗਲ ਹੋ ਗਏ 100 ਮੰਜ਼ਿਲਾਂ ਦੇਖ ਕੇ ਅਸੀਂ ਤਾਂ ਉੱਤੇ ਤੇ ਥੱਲੇ ਬਸ ਇਸੇ ਕੰਮ ਤੇ ਲੱਗੇ ਰਹੇ ਸਾਰੀ ਦਿਹਾੜੀ। ਉਦੋਂ ਲਿਫਟ ਦੇ ਵਿੱਚ ਜਦੋਂ ਚੜਿਆ ਨਾ, ਪਹਿਲੀ ਵਾਰ ਚੜਿਆ ਸੀ, ਮੈਨੂੰ ਲੱਗੀ ਘਬਰਾਹਟ ਜੀ, ਮੈਨੂੰ ਨਾ ਚੱਕਰ ਜੇ ਟਾਈਪ ਦਾ ਆਉਣਾ ਸ਼ੁਰੂ ਹੋ ਗਏ। ਮੈਂ ਉਦੋਂ ਕੈਚ ਆਪਣੇ ਆਪ ਨੂੰ ਕਿਵੇਂ ਕੀਤਾ, ਨਾਲ ਮੇਰੇ ਇੱਕ ਹੋਰ ਵੀਰ ਸੀਗਾ ਤੇ ਮੈਂ ਬਹਾਨੇ ਨਾਲੇ ਮੈਂ ਕਿਹਾ ਕੋਈ ਨਾ ਘਬਰਾਈ ਨਾ ਬਾਈ, ਕੁਝ ਨਹੀਂ ਹੁੰਦਾ। ਜਦੋਂ ਕਿ ਘਬਰਾ ਮੈਂ ਰਿਹਾ ਉਹਦਾ ਸਹਾਰਾ ਲੈ ਰਿਹਾ ਸੀ ਪਕੜ ਕੇ ਉਹਨੂੰ। दादा समझ आया आपको? थोड़ा थोड़ा समझ आता है। पंजाबी का संग में रहते हैं तो अच्छा लगता है, तो समझ थोड़ा थोड़ा आता तो है। ये लोग कैसे लोग हैं? बहुत अच्छे हैं, बहुत प्यारा है, बहुत प्यारा है, मतलब इतना प्यारा है बोल नहीं सकते हैं। क्या प्यार दिखाते हैं मुझे? इतने प्यारे तो नहीं है। बहुत प्यार, इतना है जितना बोल रहे उससे ज़्यादा है, ज्यादा प्यारे हैं, जितना बोल रहे उससे ज़्यादा। कड़वे भी हैं मिर्ची जैसे। वो अलग चीज़ है, दोस्ती यार में होता है, वो तो अलग चीज़ है, लेकिन प्यार ज़्यादा है। तो आप भी कोई बात सुनाइए, आप अपना कोई किस्सा सुनाइए। जैसा हम इन लोगों का बोले सिंगूर जाएंगे, सिंगूर बॉर्डर जाएंगे, टिकरी बॉर्डर, हम बोला हम भी चलेंगे। तो हम लोग गए, वहाँ जो देखे माहौल, जो छोटा छोटा बच्चा माँ गोदी में लेके वो जहाँ ट्रैक्टर रहता है उसका नीचे में मतलब वो बिछाली बिछा के सोता, वो जब देख के आंखों में पानी आ जाता। जो वहाँ इतना जो टिकरी बॉर्डर और सिंगू बॉर्डर में देखा है, वो बोल के हम समझा नहीं सकेगा। जो देखेगा नहीं वो बोल नहीं सकता। हम यहाँ बोल सकते किसान लोग क्या कर रहा, लेकिन वास्तव में वहाँ जाएगा, देखेगा, उसको देखने से पता चलेगा क्या किसान कितना मजबूरी में वहाँ बैठा हुआ हो। दुख तो बहुत हुआ, आँख में पानी आ गया। वहाँ जो बच्चा लोग को, बच्चा को देखा माँ गोदी में लेके बैठा हुआ, दूध का बच्चा, वो देख के हमको बहुत दुख। और किसान आंदोलन जो हो रहा वो सही है, एकदम अच्छा है। तो वो देख के गुस्सा नहीं आया सरकार पे कि बात मानना चाहिए? मानने तो 100% चाहिए और मानेगा भी। किसान यहाँ जो आंदोलन हो रहा वो मानेगा भी, एक बार मानेगा। अभी भी आपकी आंख में आंसू है। हाँ, वो जिस हमने अपने आंखों से देखा है तो उसको हम भूल नहीं सकते, वो चीज़ हम भूल नहीं सकते। इतना जाके हम ठंड में गए थे, ठंड में गए थे, मुश्किल था। और आपके भी चोट लगी हुई है? मेरे पैर में तो रट लगा हुआ, उसी गया। सब अपना दोस्त भी जो था वो बहुत हम लोग मतलब साहस दिया, ये चलो जाने पड़ेगा, हम लोग चलो। दिलों तो अपना के मैं नाल ही सीगा, मैं साहस मैं ही दिता तेन, वो दस। तो बोला दोस्त लोग ये चलने के, वो पूसा भाई था, पिंकू था, गुरदीप भाई था, छोटे भाई था, जगराज भाई था, उसका काले भाई था, सब मिल के हम लोग गया था। दीपी था, बुंदेलगढ़ वाला दीपी था, ये हम लोग। और 25 यहाँ से गया था, डनलप का बबली भाई लोग गया था, बहुत डनलप का भी थे। 280 से ज़्यादा किसान दादा शहीद हो गए हैं। मालूम है, 16-16 साल के नौजवान शहीद हो गए हैं। मालूम है हमको, सब देखा हुआ वहाँ फिजिकली हमने देखा ना उस चीज़ को, वो हमको बहुत दुख लगा। ये किसान को हक होना चाहिए। और वो तो बोले कि खालिस्तानी है। देखिए वो खालिस्तानी है कि नहीं, कोई बाहर का आदमी, एक आदमी घुस गया उसको पकड़ के हम चले, वो ठीक नहीं है। अगर हमारा घर में 5 भाई है, 5 भाई में एक कुछ गलत बोल दिया तो उसको हम पकड़ के चल गए तो पहले नहीं। वास्तव में जो है किसान लोग कर रहा वो देखने वो ज़रूरी है। जो किसान लोग का हक में होना चाहिए उसको करने चाहिए। उसके लिए किसान लोग जितना भी लड़ेगा, हम जब बोलेगा तब हम जाएंगे। अब भी जाओगे? जाना अभी जाएंगे, अभी भी जाएंगे। वहाँ इतनी किले ठोक दी सरकार ने, किला की दीवारें बना दी। वो तो दिल में किला नहीं ठोक सकता, दिल में ठोकेगा तो वो रास्ता में ठोकने से क्या होगा? दिल में तो ठोकने नहीं सकेगा, दिल में नहीं तो ठोक नहीं सकेगा, रास्ता में किला लगाने से क्या होगा? दिल तो है, दिल तो मानेगा नहीं। तो बंगाल साथ है किसान, तो किसान का संग में है। लेकिन हम लोग का एक बंगाल में जो पॉलिटिकल पार्टी लोग हैं किसान के लिए आंदोलन ठीक से नहीं कर रहा। ये एक तो है किसान लोगों को लेके जो हाँ गांव में जाके जो आंदोलन करने चाहिए पॉलिटिकल, यहाँ का जो लोकल पार्टी है वो नहीं कर रहा। कोई भी पार्टी हो नहीं कर रहा हो, उसको आंदोलन बड़ा करने चाहिए। इसको हम अब मेरा पर्सनल ओपिनियन है, हम बोल रहे ये किसान लोग का गांव-गांव में जाके किसान लोग का आंदोलन करने चाहिए।
ਬਾਈ ਜੀ ਨਾਲ ਬੈਠੇ ਸੀ, ਜਜ਼ਬਾਤੀ ਹੋ ਗਏ, ਉੱਠ ਕੇ ਹੀ ਚਲੇ ਗਏ ਅੰਦਰ ਥੱਲੇ। ਗੱਲ ਕਰਨੀ ਚਾਹੀਦੀ ਹੈ ਕਿਉਂਕਿ ਭਾਜੀ ਉਹ ਇਮੋਸ਼ਨ ਲੋਕਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਬਾਹਰ ਆਪਾਂ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੇ ਬਾਹਰ ਲੋਕ ਨੇ ਉਹ ਬਸ ਆਪਣੇ ਬਿਜ਼ਨਸ ਨੂੰ ਦੇਖ ਰਹੇ ਨੇ, ਉਹ ਗੱਲ ਕਰ ਰਹੇ ਨੇ, ਉਹ ਰੋ ਰਹੇ ਨੇ। ਕਿੱਡੀ ਵੱਡੀ ਗੱਲ ਹੈ ਭਾਜੀ, ਇਹ ਕੋਈ ਸੌਖੀ ਗੱਲ ਨਹੀਂ ਹੈਗੀ। ਇੱਕ ਬੰਦੇ ਦੀ ਗੱਲ ਸੁਣ ਕੇ ਤੇ ਉਹ ਹਾਵ ਭਾਵ ਉੱਥੇ ਆਪਣੇ ਆਪ ਨੂੰ ਅੰਦੋਲਨ ਦੇ ਵਿੱਚ ਲੈ ਕੇ ਜਾਣਾ, ਤੇ ਦੂਜਿਆਂ ਦੇ ਮਾਵਾਂ ਦੇ ਪੁੱਤਾਂ ਦੀ ਜਦੋਂ ਗੱਲ ਹੋਣੀ ਹੈ ਵੀ ਉਹ ਇਸ ਤਰ੍ਹਾਂ ਕਰ ਰਹੇ ਨੇ, ਜਦੋਂ ਭਾਵਨਾ ਬਹਿਣ ਤਾਂ ਇਹ ਇੱਕ ਪਿਆਰ ਹੈ ਭਾਜੀ। ਇਹ ਇੱਥੋਂ ਪਤਾ ਲੱਗਦਾ ਵੀ ਇਹ ਇੱਥੇ ਬੈਠੇ ਨੇ, ਕਮਾਈਆਂ ਕਰ ਰਹੇ ਨੇ, ਬੇਸ਼ੱਕ ਰੋਜ਼ੀ ਰੋਟੀ ਲੈ ਕੇ ਆਈ, ਪਰ ਉੱਥੇ ਆ ਬਾਈ ਇਹਨਾਂ ਦੇ ਦਿਲ, ਇਹਨਾਂ ਦਾ ਭਾਵਨਾਵਾਂ, ਇਹਨਾਂ ਦੇ ਜਜ਼ਬਾਤ ਜੁੜੇ ਹੋਏ ਨੇ ਪੰਜਾਬ ਦੇ ਨਾਲ, ਤੇ ਉਹ ਬਾਈ ਨੇ ਉਦਾਹਰਨ ਉਹ ਸਾਬਿਤ ਕਰਤੇ ਆ ਉਹ ਚੀਜ਼ ਨੂੰ। ਬਿਲਕੁਲ, ਮੈਂ ਚਾਹੁੰਦਾ ਤੁਸੀਂ ਸਾਂਝੀ ਕਲੋਜ਼ਿੰਗ ਕਰਦੇ ਹੋਏ। ਬਿਲਕੁਲ ਜੀ, ਕਲੋਜ਼ਿੰਗ ਤਾਂ ਮੈਂ ਚਾਹੁੰਦਾ ਸੀ ਵੀ ਇੱਕ ਵਾਰ ਮੈਂ ਉਹ ਭਾਜੀ ਨਾਲ ਜ਼ਰੂਰ ਮੈਂ ਗੱਲਬਾਤ ਕਰਾਂ, ਮੈਂ ਜ਼ਰੂਰ ਫਿਰ ਆਪਾਂ ਜਿਹੜੀ ਮੈਨੇਜਰ ਸਾਹਿਬ ਨਾਲ ਗੱਲ ਕਰਦਾ ਜੀ, ਇਹਨਾਂ ਨਾਲ ਕਰਿਓ ਮੈਨੇਜਰ ਸਾਹਿਬ ਨਾਲ ਗੱਲ। ਭਾਜੀ ਭਾਵੁਕ ਹੋ ਗਏ ਸੀ ਤੁਸੀਂ? ਨਾ ਉਹ ਬਾਈ ਜੀ ਨੂੰ ਫਿਰ ਕਿਵੇਂ, ਮਤਲਬ ਕਿ ਕਿਉਂ? ਪੰਜਾਬ ਲੈ ਗਏ ਸੀ ਆਪਣੇ ਆਪ ਨੂੰ? ਹਾਂ ਉੱਥੇ ਗਏ ਸੀ, ਦਿੱਲੀ ਲੈ ਗਏ ਸੀ। ਉੱਥੇ ਬਾਰਡਰ ਤੇ ਗਏ, ਉਹ ਦੇਖ ਕੇ ਥੋੜਾ ਹੋ ਗਿਆ, ਹੋਰ ਕੋਈ ਗੱਲ ਨਹੀਂ। ਕਿਵੇਂ ਦਾ ਉੱਥੇ ਕੀ ਇਹ ਜੀ ਮਤਲਬ ਕਿ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਭਾਵੁਕ ਕਰ ਰਹੀ ਹੈ ਉੱਥੋਂ ਦੀ? ਯਾਰ ਉੱਥੇ ਬੰਦੇ ਇੰਨੇ ਪੈਸੇ ਵਾਲੇ ਸਭ ਉੱਥੇ ਫੁੱਟਾਂ ਤੇ ਬੈਠੇ ਆ, ਉਹ ਚੀਜ਼ਾਂ ਖਰਾਬ ਆ, ਸਮਝੇ ਨਾ। ਪ੍ਰਧਾਨ ਸਾਹਿਬ ਦੀ ਗੱਲ ਕਰਾਂ, ਸੋ ਗੱਲ ਸ਼ੁਰੂਆਤ ਹੁੰਦੀ ਹੈ, ਇਹ ਇੱਕ ਜ਼ਿੰਦਗੀ ਦਾ ਵੀ ਹਿੱਸਾ ਹੈ, ਸੁੱਖ ਦੁੱਖ ਵੀ। ਤੇ ਸਤਿ ਸ੍ਰੀ ਅਕਾਲ ਜੀ, ਤੁਸੀਂ ਮੈਨੇਜਰ ਹੋ ਇੱਥੇ? ਹਾਂਜੀ ਸਰ। ਕੀ ਨਾਮ ਤੁਹਾਡਾ? ਸੁਖਦੇਵ ਸਿੰਘ ਬੁੱਟਰ ਜੀ। ਕਿੱਥੋਂ ਪਿਛੋਕੜ ਤੁਹਾਡਾ ਜੀ? ਆਪਣਾ ਮੋਗਾ ਜ਼ਿਲ੍ਹਾ ਜੀ, ਅੱਛਾ ਜੀ। ਪਿੰਡ ਕੋਕਰੀ ਬੁੱਟਰਾਂ, ਨਵਾਂ ਦਾ ਆਇਆ। ਕਦੋਂ ਆ ਗਏ ਸੀ ਕਲਕੱਤੇ? ਮੈਨੂੰ 40 ਸਾਲ ਹੋ ਗਏ ਜੀ ਇੱਥੇ ਕਲਕੱਤੇ ਆਏ ਨੂੰ। ਅੱਛਾ ਜੀ। ਹਾਂਜੀ। ਇੱਥੇ ਹੀ ਜੌਬ ਕਰਦੇ ਹੋ ਜਾਂ ਪਹਿਲਾਂ ਕਿਤੇ ਹੋਰ ਸੀਗੇ? ਨਹੀਂ, ਪਹਿਲਾਂ ਕਲਕੱਤੇ ਹੀ ਆ, ਇੱਥੇ ਹੀ ਪਹਿਲਾਂ ਮਿਸਤਰੀ ਦਾ ਕੰਮ ਕਰਦੇ ਸੀ। ਉਹ ਛੱਡ ਕਿਉਂ ਦਿੱਤਾ ਜੀ? ਉਹ ਬਸ ਛੱਡਤਾ, ਸਰੀਰ ਦੀ ਥੋੜੀ ਪ੍ਰੋਬਲਮ ਪੈ ਗਈ, ਫਿਰ ਛੱਡਿਆ ਗਿਆ ਜੀ। ਇੱਥੇ ਕੰਮ ਕਾਰ ਠੀਕ ਹੈ ਜੀ? ਹਾਂਜੀ, ਬਹੁਤ ਵਧੀਆ ਕੰਮ ਚੱਲਦਾ। ਆਪਣਾ ਪੰਜਾਬੀ ਭਰਾ ਬਹੁਤ ਹੈ, ਪੂਰਾ ਭਵਾਨੀਪੁਰ ਪੰਜਾਬੀ ਏਰੀਆ ਆਪਣਾ। ਹਾਂਜੀ, ਪੰਜਾਬੀ ਢਾਬਾ ਆਪਣਾ ਪੂਰਾ ਵੱਜਦਾ। ਇਹ ਵਧੀਆ ਖਾਣਾ ਪੰਜਾਬੀ ਟਾਈਪ ਤੇ ਆਪਾਂ ਖਾਣਾ ਖਵਾ ਰਹੇ ਹਾਂ ਇੱਥੇ। ਅਸੀਂ ਖਾਣਾ ਖਾਧਾ, ਬਹੁਤ ਟੇਸਟੀ ਸੀ। ਤੁਸੀਂ ਦੇਖਿਆ ਹੀ ਹੈ ਜੀ, ਖਾਣਾ ਖਾਧਾ। ਸਾਨੂੰ ਪ੍ਰਸ਼ਾਦਾ ਛਕਾਇਆ ਔਰ ਤਿਆਰ ਕਰਵਾਇਆ, ਉਹਦੇ ਲਈ ਤੁਹਾਡਾ ਵੀ ਧੰਨਵਾਦ ਹੈ। ਮੈਂ ਜੀ ਬਾਤ ਛੋਟਾ ਤਾਂ ਧੰਨਵਾਦ। ਬੱਚੇ ਕੀ ਕਰਦੇ ਤੁਹਾਡੇ? ਬੱਚੇ ਆਪਣੇ ਇੱਥੇ ਗੱਡੀਆਂ ਦਾ ਕਾਰੋਬਾਰ ਆਪਣਾ। ਅੱਛਾ ਜੀ। ਹਾਂਜੀ, ਗੱਡੀਆਂ ਦੇਖ ਰਹੇ ਆ। ਠੀਕ ਹੈ। ਹਾਂਜੀ, ਇੱਕ ਬੇਟਾ ਉਹ ਗੱਡੀ ਦੇਖ ਰਿਹਾ ਆਪਣਾ, ਗੱਡੀਆਂ ਤਿੰਨ ਚਾਰ। ਚੜ੍ਹਦੀ ਕਲਾ ਚੋਂ ਬਾਬੇ ਦੀ ਕਿਰਪਾ ਜੀ, ਬਹੁਤ ਚੜ੍ਹਦੀ ਕਲਾ। ਸੰਤਾਨ ਵੱਲੋਂ ਸੁੱਖ ਹੈ? ਬਹੁਤ ਸੌਖੇ ਆ ਜੀ, ਇੱਥੇ ਦੀ ਸਰਕਾਰ ਵੀ ਵਧੀਆ ਹੈ, ਇਹੋ ਜਿਹੀ ਗੱਲ ਨਹੀਂ। ਮਮਤਾ ਦੀਦੀ ਬੰਗਾਲ ਦੇ ਵਿੱਚ ਸਾਰੀ ਰਾਤ ਤੁਰੇ ਫਿਰੋ, ਤੁਸੀਂ ਲੇਡੀਜ਼ ਤੁਰੀ ਫਿਰੇ। ਸਿਰਫ ਇੱਕ ਹੀ ਇਹ ਸਟੇਟ ਆ ਜਿਹੜੀ ਕਿ ਤੁਹਾਨੂੰ ਕੋਈ ਕਿਸੇ ਡਰ ਨਹੀਂ, ਸਾਰੀ ਰਾਤ ਤੁਰੇ ਫਿਰੋ ਜੀ। ਇੱਥੇ ਲੇਡੀਜ਼ ਵੀ ਤੁਰੀ ਫਿਰੇ, ਕੋਈ ਕਿਸੇ ਨੂੰ ਕੋਈ ਹੱਥ ਨਹੀਂ ਲਾਊਗਾ ਇੱਥੇ, ਕਿਸੇ ਦੀ ਹਿੰਮਤ ਨਹੀਂ ਜੀ ਇੱਥੇ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਤੁਸੀਂ, ਕਿੱਥੋਂ ਜੀ? ਮੇਰਾ ਜ਼ਿਲ੍ਹਾ ਜੀ ਤਰਨਤਾਰਨ, ਪਿੰਡ ਵੱਡੀ ਸਰਿਆਲੀ। ਅੱਛਾ ਜੀ। ਹਾਂਜੀ। ਇਹ ਸਰਾਲੀ ਵੱਡੀ ਹੋਈ? ਹਾਂ, ਬਾਬੇ ਤਾਰਾ ਸੋਨਾ ਵਾਲੀ। ਹਾਂਜੀ ਹਾਂਜੀ। ਤੇ ਇਹਨਾਂ ਨੇ ਰਾਤ ਦੀ ਗੱਲ ਕੀਤੀ ਵੀ ਚਾਹੇ ਰਾਤ ਨੂੰ ਕੋਈ ਕੁੜੀ ਤੁਰੀ ਫਿਰੇ, ਕੋਈ ਹੱਥ ਨਹੀਂ ਲਾ ਸਕਦਾ। ਤੁਸੀਂ ਉਸ ਗੱਲ ਨੂੰ ਬੋਚਿਆ ਸੀ, ਕੀ ਕਿਹਾ ਸੀ ਤੁਸੀਂ? ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ 42 ਸਾਲ ਹੋ ਗਏ ਟੈਕਸੀ ਚਲਾਉਂਦੇ ਨੂੰ, ਮੈਂ ਟੈਕਸੀ ਚਲਾਉਣਾ ਇੱਥੇ। ਹੁਣ ਵੀ ਚਲਾਉਂਦੇ ਹੋ? ਹੁਣ ਵੀ ਚਲਾਉਣਾ। ਇੱਥੇ ਰਾਤ ਨੂੰ ਤੇ ਦਿਨ ਲੜਕੀ ਇਕੱਲੀ ਤੁਰੀ ਫਿਰੇ, ਜਿੱਥੇ ਮਰਜ਼ੀ ਚਲ ਜਾਵੇ, ਕੋਈ ਪ੍ਰੋਬਲਮ ਨਹੀਂ, ਕੋਈ ਗੁੰਡਾਗਰਦੀ ਨਹੀਂ ਇੱਥੇ ਹੈਗੀ। ਤੇ ਹੁਣ ਇਲੈਕਸ਼ਨ ਆ ਰਹੀਆਂ ਨੇ ਜੀ, ਹੁਣ ਕੌਣ, ਕਿਉਂਕਿ ਉਹ ਬਹੁਤ ਸਾਰੇ ਕਹਿੰਦੇ ਜੀ ਬੀਜੇਪੀ ਨਾ ਆ ਜਾਣਾ, ਐਵੇਂ ਹੋ ਜਾਣਾ। ਉਹ ਨਹੀਂ, ਹੋ ਹੀ ਨਹੀਂ ਸਕਦਾ। ਬੀਜੇਪੀ ਕਿਵੇਂ ਆ ਜੂ? ਹੁਣ ਵੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰ ਰਹੇ ਸੀ ਬੀਜੇਪੀ ਵਾਲੇ ਜੀ। ਕਰੀ ਜਾਵਣ ਨਾ, ਹਾਂ, ਜੋ ਮਰਜ਼ੀ ਉਹਨਾਂ ਦੀ ਪਾਰਟੀ ਆ, ਪਾਰਟੀ ਦੇ ਵਾਸਤੇ ਕਰਨਾ ਹੈ। ਪਰ ਆ ਜਿਹੜਾ ਸਾਡੇ ਜ਼ਿਮੀਂਦਾਰਾਂ ਦਾ ਸੰਘਰਸ਼ ਚੱਲ ਰਿਹਾ, ਤਾਂ ਹੁਣ ਆਏ ਆ ਇੱਥੇ, ਉਹ ਇਸ ਵਾਰ ਸੰਘਰਸ਼ ਨੇ ਤਾਂ ਇਹਨਾਂ ਦੀ ਫੱਟੀ ਪਹੁੰਚਤੀ, ਹੁਣ ਨਹੀਂ ਦੁਬਾਰਾ ਵਧੇਗਾ। ਕਿੰਨੇ ਬੱਚੇ ਤੁਹਾਡੇ? ਮੇਰੇ ਬੱਚੇ ਜੀ 3, 2 ਬੇਟੇ, 1 ਬੇਟੀ ਆ। ਠੀਕ ਹੈ, ਚਲੋ ਬਹੁਤ ਸ਼ੁਕਰੀਆ ਜੀ। बेटा एयर फोर्स से लड़की, उसकी वाई दी स्कूल टीचर है, बेटी भी स्कूल टीचर है, छोटा बेटा इंजीनियरिंग की थी उन्हें। हाँ, गुरु महाराज कृपा। ਚਲੋ ਗੱਲਬਾਤ ਲਈ ਬਹੁਤ ਧੰਨਵਾਦ। हाँ हाँ, बड़ी बड़ी धन्यवाद। ਸੋ ਇਹ ਪੰਜਾਬੀ ਭਰਾ ਨੇ ਜਿਹੜੇ ਰੋਜ਼ੀ ਰੋਟੀ ਦੇ ਲਈ ਬਾਹਰ ਆ ਕੇ ਵਸੇ ਨੇ, ਪਰ ਇਹਨਾਂ ਦੀਆਂ ਜੋ ਗੱਲਾਂ ਨੇ, ਜੋ ਸਾਨੂੰ ਲੱਗਿਆ ਵੀ ਫਿਰ ਪਹਿਲਾਂ ਵੈਸੇ ਅਸੀਂ ਗੱਲਾਂ ਕਰਦੇ ਸੀ, ਪਰ ਲੱਗਿਆ ਵੀ ਨਹੀਂ, ਇਹ ਗੱਲਾਂ ਤੁਹਾਨੂੰ ਵੀ
ਇੱਕ ਚਾਹੇ ਉਹ ਮਹਿਫਲ ਦਾ ਰੂਪ ਸੀ, ਚਾਹੇ ਉਹਦੇ ਵਿੱਚ ਗਾਣੇ ਵੀ ਸੀ, ਕੁਝ ਮਨੋਰੰਜਨ ਦੀਆਂ ਗੱਲਾਂ ਵੀ ਸੀ, ਕੁਝ ਜਜ਼ਬਾਤ ਵੀ ਸੀ, ਪਰ ਮੈਨੂੰ ਲੱਗਿਆ ਬਈ ਇਹ ਚੀਜ਼ਾਂ ਲੋਕਾਂ ਨੂੰ ਪਤਾ ਲੱਗਣੀਆਂ ਚਾਹੀਦੀਆਂ ਬਈ ਬਾਹਰ ਸਾਡੇ ਪੰਜਾਬੀ ਕਿਸ ਤਰ੍ਹਾਂ ਰਹਿੰਦੇ ਨੇ। ਇੱਥੇ ਜੇਕਰ ਗੱਲ ਕਰੀਏ ਤਾਂ ਅਸੀਂ ਇੱਕ ਸਾਡੇ ਕਰਕੇ ਨਹੀਂ ਇਹ ਇਕੱਠੇ, ਇਹ ਕਹਿੰਦੇ ਅਸੀਂ ਹਰ ਰੋਜ਼ ਇੱਥੇ ਮਹਿਫਲ ਲਾਉਂਦੇ ਹਾਂ, ਤੇ ਇਹ ਬਹੁਤ ਵਧੀਆ ਗੱਲ ਹੈ ਵੀ ਇਕੱਠੇ ਹੋ ਕੇ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਬੈਠਦੇ ਨੇ। ਤੇ ਬਹੁਤ ਸਾਰੇ ਜਦੋਂ ਗੱਲ ਪੰਜਾਬ ਦੇ ਵਿੱਚ ਆਉਂਦੀ ਪੰਜਾਬੀਆਂ ਦੀ ਤਾਂ ਅਜਿਹੀਆਂ ਚੀਜ਼ਾਂ ਨਹੀਂ ਵਿਖਦੀਆਂ, ਪਰ ਇਹ ਕਮਾਲ ਦੇ ਲੋਕ ਨੇ, ਬੇਸ਼ੱਕ ਬਾਹਰ ਆ ਕੇ ਵਸੇ ਹੋਏ ਨੇ, ਪਰ ਕਮਾਲ ਦੀਆਂ ਗੱਲਾਂ ਸਿੱਖਣ ਨੂੰ ਇਹਨਾਂ ਤੋਂ ਮਿਲ ਰਹੀਆਂ ਨੇ। ਸਾਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ। ਤੋ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਤਾਂ ਬਹੁਤ ਵਧੀਆ ਰੰਗ ਇੱਕ ਬਣਦਾ ਹੈ। ਸੋ ਉਸੇ ਰੰਗ ਨੂੰ ਅੱਜ ਤੁਹਾਨੂੰ ਦਿਖਾਉਣ ਨੂੰ ਦਿਲ ਕੀਤਾ ਤੇ ਅਸੀਂ ਤੁਹਾਨੂੰ ਦਿਖਾਇਆ ਵੀ। ਮੈਂ ਜਗਦੀਪ ਸਿੰਘ ਥਲੀ, ਮੇਰੇ ਨਾਲ ਸਿਮਰਨ ਬਾਈ, ਸਤਨਾਮ ਸਿੰਘ ਤੇ ਬਾਈ ਜਗਰੂਪ ਸਿੰਘ ਕਲਕੱਤਾ ਤੋਂ। ਧੰਨਵਾਦ।